ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਮੀਰ ਸਿੰਘ ਅੱਜ ਸੈਨ ਹੋਜ਼ੇ ਸਟੂਡੀਓਜ਼ ਤੋਂ ਅਤੇ ਮੇਰੇ ਨਾਲ ਸੈਨ ਹੋਜ਼ੇ ਸਟੂਡੀਓਜ਼ ਦੇ ਵਿੱਚ ਹੀ ਜੁੜੇ ਹੋਏ ਨੇ ਹਰਜੋਤ ਸਿੰਘ ਖਾਲਸਾ ਜੀ। ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 19 ਤਰੀਕ ਆ, ਦਿਨ ਸੋਮਵਾਰ ਆ ਅਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਹੋਮ ਆਟੋ ਕਮਰਸ਼ੀਅਲ ਲਿਕਰ ਸਟੋਰ ਗੈਸ ਸਟੇਸ਼ਨ ਕਨਵੀਨੀਅੰਸ ਸਟੋਰ ਹੋਟਲ ਮੋਟਲਸ ਦੀ ਇੰਸ਼ੋਰੈਂਸ ਦੇ ਨਾਲ ਲਾਈਫ ਇੰਸ਼ੋਰੈਂਸ ਹੈਲਥ ਇੰਸ਼ੋਰੈਂਸ ਦੇ ਲਈ ਕਾਲ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜ਼ਲ, ਗਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਸਟਾਕਟਨ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋ ਪੈਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜੈਂਡਰ ਮੌਰਗੇਜ ਅਤੇ ਰੀਅਲ estate ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052575 ਦੇ ਉੱਤੇ। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਉਹਨਾਂ ਦੇ ਨਾਲ ਸੰਪਰਕ ਕਰੋ। ਨੰਬਰ 4159090503 415 909 0503। ਟਰੱਕ ਪਾਰਕਿੰਗ ਵੁੱਡਲੈਂਡ ਦੇ ਵਿੱਚ 597 ਨਾਰਥ ਈਸਟ ਸਟਰੀਟ ਵੁੱਡਲੈਂਡ ਦੇ ਉੱਤੇ ਉਪਲਬਧ ਹੈ। ਵੀਡੀਓ ਸਰਵੇਲੈਂਸ ਸਿਕਿਉਰਿਟੀ ਦਾ ਪ੍ਰਬੰਧ ਆ। I-5 ਦੇ ਐਗਜ਼ਿਟ 538 ਦੇ ਉੱਤੇ ਕਾਲ 9163969085 ਅਤੇ ਘੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਹਾਈਵੇ 99 ਅਤੇ 180 ਦੇ ਕਾਰਨਰ ਦੇ ਉੱਤੇ ਪੰਜਾਬ ਵਰਗੇ ਮਾਹੌਲ ਦੇ ਵਿੱਚ 53 ਫੁੱਟੇ ਟ੍ਰੇਲਰ ਦੇ ਉੱਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਇਸ ਮੌਕੇ ਇਹਨਾਂ ਨੂੰ ਆਪਣੇ ਸ਼ਾਪ ਦੇ ਲਈ ਮਕੈਨਿਕ ਦੀ ਜ਼ਰੂਰਤ ਹੈ ਅਤੇ ਇਹਨਾਂ ਦੇ ਕੋਲ ਕਾਫੀ ਡਰਾਈਵ ਐਂਡ ਟ੍ਰੇਲਰਸ ਰੈਂਟ ਦੇ ਲਈ ਉਪਲਬਧ ਹਨ। ਕਾਲ 5592663737 559 266 3737। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਅਤੇ ਜਿਹੜੀ ਮਾਈਕਰੋ ਐਕਸਚੇਂਜ ਆ ਉਹਨੂੰ ਕਹਿੰਦੇ ਹੈਕ ਕੀਤਾ ਗਿਆ ਆ। ਉਹਨਾਂ ਦਾ ਜਿਹੜਾ ਈਮੇਲ ਸਰਵਰ ਸੋਫਟਵੇਅਰ ਹੈਗਾ। ਸੋ ਜਿਹੜੇ ਹੈਕਰਸ ਹੈਗੇ ਆ ਕ੍ਰਿਮੀਨਲ ਹੈਕਰਸ ਉਹਨਾਂ ਦੇ ਸਿੱਧੇ ਸੰਬੰਧ ਬੀਜਿੰਗ ਚਾਈਨਾ ਦੇ ਨਾਲ ਪਤਾ ਚੱਲੇ ਹੈਗੇ ਆ। ਜਿਹਨੂੰ ਦੇਖਦੇ ਹੋਏ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਅੱਜ ਪੂਰਾ ਬਲੇਮ ਜਿਹੜਾ ਆ ਅਤੇ ਇਕੱਲਾ ਬਾਈਡਨ ਐਡਮਿਨਿਸਟ੍ਰੇਸ਼ਨ ਨਹੀਂ ਹੋਰ ਵੀ ਜਿਹੜੇ ਵੈਸਟਰਨ ਐਲੀਜ਼ ਇਹਨਾਂ ਦੇ ਹੈਗੇ ਆ ਉਹਨਾਂ ਨੇ ਚਾਈਨੀਜ਼ ਸਰਕਾਰ ਦੇ ਉਲਟ ਕੀਤਾ ਆ ਪਰ ਹਜੇ ਤੱਕ ਵੀ ਕੋਈ ਜਿਹੜੀਆਂ ਸੈਂਕਸ਼ਨਸ ਆ ਉਹ ਨਹੀਂ ਲਾਈਆਂ ਗਈਆਂ। ਕੁਝ ਸਮਾਂ ਪਹਿਲਾਂ ਰਸ਼ੀਆ ਦੇ ਹੈਕਰਸ ਵੱਲੋਂ ਜਿਹੜੀਆਂ ਵੱਖ-ਵੱਖ ਕੰਪਨੀਆਂ ਨੂੰ ਹੈਕ ਕੀਤਾ ਗਿਆ ਸੀ ਅਤੇ ਰਸ਼ੀਆ ਦੇ ਉੱਤੇ ਕੁਝ ਸੈਂਕਸ਼ਨਸ ਵੀ ਲਾਈਆਂ ਗਈਆਂ ਸੀਗੀਆਂ ਅਤੇ ਇਹ ਇੱਕ ਜਿਹੜੀ ਸਾਈਬਰ ਥ੍ਰੈਟ ਹੈਗੀ ਆ ਬੀਜਿੰਗ ਵੱਲੋਂ ਇਹ ਅੱਜ ਹੀ ਪਤਾ ਚੱਲਿਆ ਵੀ ਦੇਖੋ ਵੀ ਚਾਈਨਾ ਵਾਲੇ ਵੀ ਹੁਣ ਜਿਹੜੇ ਆ ਉਹਨਾਂ ਦੇ ਨਾਲ ਜਿਹੜੇ ਕ੍ਰਿਮੀਨਲ ਹੈਕਰਸ ਆ ਰਲ ਕੇ ਇਹ ਕੰਮ ਕਰ ਰਹੇ ਹੈਗੇ ਆ। ਜੀ ਬਿਲਕੁਲ ਜਿਹੜਾ ਸਿੱਧੇ ਤੌਰ ਦੇ ਉੱਤੇ ਇਹਨਾਂ ਨੇ ਜਿਹੜਾ ਇਹ ਬਲੇਮ ਕੀਤਾ ਹੈਗਾ ਆ। EU ਅਤੇ ਨਾਟੋ ਵਾਲਿਆਂ ਨੇ ਵੀ ਜਿਹੜਾ ਇਸ ਦੇ ਉੱਤੇ ਦੋਸ਼ ਆ ਉਹ ਲਾਏ ਆ। ਆਪਾਂ ਦੇਖ ਰਹੇ ਹਾਂ ਹਰਜੋਤ ਸਿੰਘ ਜੀ ਪਿਛਲੇ ਕੁਛ ਸਮੇਂ ਦੇ ਵਿੱਚ ਅਮਰੀਕਾ ਦੇ ਇਨਫਰਾਸਟਰਕਚਰ ਦੇ ਉੱਤੇ ਬਹੁਤ ਜ਼ਿਆਦਾ ਹੈਕਿੰਗ ਦੇ ਮਾਮਲੇ ਜਿਹੜੇ ਆ ਉਹ ਵਧੇ ਆ। ਪਿਛਲੇ ਸਾਲ ਦੇ ਅਖੀਰ ਦੇ ਵਿੱਚ ਸੋਲਰ ਵਿੰਡਸ ਪ੍ਰੋਗਰਾਮ ਦੇ ਉੱਤੇ, ਫਿਰ ਗੈਸ ਪਾਈਪਲਾਈਨ, ਉਸ ਦੇ ਉੱਤੇ ਮੀਟ ਪ੍ਰੋਸੈਸਿੰਗ ਪਲਾਂਟ, ਫਿਰ ਕੁਛ ਹਫ਼ਤੇ ਪਹਿਲਾਂ ਆਪਾਂ ਦੇਖਿਆ ਸੀਗਾ ਵੀ ਸੈਂਕੜੇ ਹੀ ਜਿਹੜੀਆਂ ਛੋਟੇ ਤੋਂ ਵੱਡੇ ਬਿਜ਼ਨਸ ਉਹਨਾਂ ਦੇ ਉੱਤੇ ਇੱਕ ਵਿਸ਼ੇਸ਼ ਕੰਪਨੀ ਆ ਉਸ ਨੂੰ ਹੈਕ ਜਿਹੜਾ ਕੀਤਾ ਗਿਆ ਅਤੇ ਹੁਣ ਜਿਹੜਾ ਮਾਈਕਰੋਸਾਫਟ ਦਾ ਜਿਹੜਾ ਐਕਸਚੇਂਜ ਸਰਵਰ ਆ ਉਸ ਨੂੰ ਜਿਹੜਾ ਉਹ ਹੈਕ ਕੀਤਾ ਗਿਆ। ਸੋ ਅੱਜ ਦੇ ਜ਼ਮਾਨੇ ਦੇ ਵਿੱਚ ਆਪਾਂ ਪਹਿਲੋਂ ਵੀ ਇਹ ਗੱਲ ਕਰਦੇ ਰਹੇ ਸੀ, ਹੁਣ ਵੀ ਦੁਬਾਰਾ ਇਹ ਕਹਿੰਦੇ ਆ ਵੀ ਇਹ ਚੀਜ਼ਾਂ ਜਿਹੜੀਆਂ ਇਹ ਨਵਾਂ ਇਹ ਇੱਕ ਤਰੀਕਾ ਹੈਗਾ ਆ ਜਿਨ੍ਹਾਂ ਨੇ ਤੁਹਾਡੇ ਬਿਜ਼ਨਸ ਦੇ ਉੱਤੇ ਤੁਹਾਡੇ ਮੁਲਕ ਦੇ ਉੱਤੇ ਜਿਹੜੇ ਹਮਲੇ ਜਿਹੜੇ ਉਹ ਕਰਨੇ ਆ। ਆਪਾਂ ਦੇਖੋ ਇਸ ਤੋਂ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਕੱਲ੍ਹ ਦਾ ਕਿੰਨਾ ਦੇਖੋ ਰੌਲਾ ਪਿਆ ਜਿਹੜਾ ਪੈਗਸਿਸ ਪ੍ਰੋਜੈਕਟ ਹੈਗਾ ਆ ਵੀ ਕਿਸ ਤਰੀਕੇ ਦੇ ਨਾਲ ਜਿਹੜੀ ਇਜ਼ਰਾਈਲ ਦੀ ਜਿਹੜੀ ਕੰਪਨੀ ਆ ਇੱਕ ਉਹਨਾਂ ਦਾ ਜਿਹੜਾ ਇਹ ਸਪਾਈਵੇਅਰ ਪ੍ਰੋਡਕਟ ਸੀਗਾ ਉਸ ਨੂੰ ਦੁਨੀਆ ਭਰ ਦੇ ਵਿੱਚ ਕਿੰਨੇ ਮੁਲਕਾਂ ਨੇ ਜਿਹੜਾ ਉਹ ਵਰਤ ਕੇ
ਜਿਹੜੇ ਕਥਿਤ ਤੌਰ ਦੇ ਉੱਤੇ ਆਪਣੇ ਵਿਰੋਧੀਆਂ ਦੇ ਉੱਤੇ ਜਿਹੜੀ ਆ ਨਜ਼ਰਸਾਨੀ ਜਿਹੜੀ ਉਹ ਰੱਖੀ ਆ, ਉਹਨਾਂ ਦੀਆਂ ਗੱਲਾਂ, ਉਹਨਾਂ ਦੇ ਜਿਹੜੀਆਂ ਚੀਜ਼ਾਂ ਆ ਉਸ ਦੇ ਉੱਤੇ ਨਜ਼ਰ ਰੱਖਦੇ ਆ। ਲਿਸਟਾਂ ਜਿਹੜੀਆਂ ਹੁਣ ਸਾਹਮਣੇ ਜਿਹੜੀਆਂ ਉਹ ਆ ਰਹੀਆਂ ਹੈਗੀਆਂ। ਸੋ 45 ਤੋਂ ਵੱਧ ਮੁਲਕਾਂ ਦੇ ਵਿੱਚ ਇਹ ਜਿਹੜੀ ਕਾਰਵਾਈ ਹੋਈ ਆ। ਸੋ ਹੈਕਿੰਗ ਤੇ ਇੱਕ ਆ ਜਿਹੜੀ ਸਪਾਈਵੇਅਰ ਤੇ ਜਿਹੜੀ ਸਪਾਈਂਗ ਕਰਨੀ ਆ, ਜਸੂਸੀ ਕਰਨੀ ਆ, ਅੱਜ ਕੱਲ੍ਹ ਇਸ ਹਿਸਾਬ ਦੇ ਨਾਲ ਇਹ ਕਾਫੀ ਇੱਕ ਵੱਡਾ ਖਤਰਾ ਜਿਹੜਾ ਉਹ ਬਣਿਆ ਆ। ਆਪਾਂ ਆਮ ਜੀਵਨ ਦੇ ਵਿੱਚ ਇਸ ਚੀਜ਼ ਦੇ ਪ੍ਰਤੀ ਸੋਚਦੇ ਨਹੀਂ ਆ ਵੀ ਚੱਲ ਆਪਾਂ ਇੱਕ ਰੈਗੂਲਰ ਜੇ ਬੰਦੇ ਆ, ਕੰਮ ਕਰ ਲਿਆ, ਕਰਤਾ, ਟੈਕਸ ਭਰ ਲਿਆ ਤੇ ਆਪਾਂ ਜੀਵਨ ਆਪਣਾ ਜੀਵੀ ਜਾਣਾ ਆ। ਪਰ ਇਹ ਇੱਕ ਵੱਡਾ ਮਸਲਾ ਆ ਵੀ ਕੀ ਸਰਕਾਰਾਂ ਇੰਨੀ ਕੁ ਜ਼ਿਆਦਾ ਜਿਹੜੀਆਂ ਉਹ ਹੁਣ ਤਾਕਤਵਰ ਹੋਈ ਜਾ ਰਹੀਆਂ ਆ ਵੀ ਕਿਸੇ ਦੀ ਵੀ ਜਦੋਂ ਮਰਜ਼ੀ ਜਿੱਦਾਂ ਮਰਜ਼ੀ ਜਿਹੜੀ ਆ ਜਸੂਸੀ ਕਰੀ ਜਾ ਰਹੀ ਆ। ਨਿੱਜਤਾ, ਪ੍ਰਾਈਵੇਸੀ ਇਹਦੇ ਨਾਂ ਦੀ ਕੋਈ ਚੀਜ਼ ਜਿਹੜੀ ਆ ਉਹ ਰਹੇਗੀ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਨਹੀਂ ਰਹੇਗੀ। ਇਹ ਕਾਊਂਟਰ ਆਰਗੂਮੈਂਟ ਆਉਂਦਾ ਵੀ ਫੇਸਬੁੱਕ ਦੇ ਉੱਤੇ ਦੁਨੀਆ ਸਾਰਾ ਕੁਝ ਆਪ ਪਾਉਂਦੀ, ਪਰ ਦੇਖੋ ਉਹਦੇ ਵਿੱਚ ਇੱਕ ਚੀਜ਼ ਆ ਜੋਸਿਨ ਜੀ, ਫਰਕ ਆ ਵੀ ਉਹ ਆਪਣੀ ਮਰਜ਼ੀ ਦੇ ਨਾਲ ਬੰਦਾ ਪਾ ਰਿਹਾ ਆ। ਇਹ ਨਹੀਂ ਆ ਵੀ ਤੁਹਾਡੇ ਤੋਂ ਬਗੈਰ ਪੁੱਛੇ ਤੁਹਾਡੀ ਜਿਹੜੀ ਨਿੱਜੀ ਜਾਣਕਾਰੀ ਆ ਉਸ ਨੂੰ ਜਿਹੜਾ ਆ ਉਹ ਹਥਿਆਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ। ਆਪਣੀ ਮਰਜ਼ੀ ਦੇ ਨਾਲ ਤੇ ਬੰਦਾ ਜੋ ਮਰਜ਼ੀ ਜਿਹੜਾ ਉਹ ਕਰੇ, ਉਹਦੀ ਆਪਣੀ ਜਿਹੜੀ ਸੋਚ ਆ। ਪਰ ਧੱਕਾ ਜਦੋਂ ਹੁੰਦਾ ਆ ਉਸ ਦੇ ਪ੍ਰਤੀ ਜ਼ਰੂਰ ਜਿਹੜਾ ਆ ਸਾਰਿਆਂ ਨੂੰ ਸੁਹਿਰਦਤਾ ਜਿਹੜੀ ਆ ਉਹ ਅਪਣਾਉਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਸੋ ਆਪਾਂ ਨੂੰ ਯਾਦ ਹੀ ਆ ਹਰਜੋਤ ਸਿੰਘ ਜੀ ਵੀ ਨਿਕਸਨ ਵੇਲੇ ਵਾਟਰਗੇਟ ਜਦੋਂ ਉਹਨਾਂ ਨੇ ਆਪਣੇ ਜਿਹੜੇ ਵਿਰੋਧੀਆਂ ਤੇ ਜਸੂਸੀ ਕਾਂਡ ਜਿਹੜਾ ਉਹ ਹੋਇਆ ਸੀਗਾ ਤੇ ਉਸ ਨੂੰ ਅਸਤੀਫਾ ਜਿਹੜਾ ਉਹ ਬਾਅਦ ਦੇ ਵਿੱਚ ਦੇਣਾ ਪਿਆ ਸੀਗਾ। ਇਹ ਦੇਖਣਾ ਹੋਊਗਾ ਵੀ ਅੱਜ ਦੇ ਜ਼ਮਾਨੇ ਦੇ ਵਿੱਚ ਇਸ ਤੋਂ ਬਾਅਦ ਕਿਸੇ ਮੁਲਕ ਦੇ ਵਿੱਚ ਵੀ ਜਿਹੜੇ 45 ਮੁਲਕਾਂ 'ਚ ਇਹ ਚੀਜ਼ ਸਾਹਮਣੇ ਆਈ ਆ ਵੀ ਉਹਨਾਂ ਵਿੱਚੋਂ ਕਿਸੇ ਮੁਲਕ ਦਾ ਕੋਈ ਲੀਡਰ ਆ ਕੋਈ ਅਸਤੀਫਾ ਦਿੰਦਾ ਆ ਜਾਂ ਬਲੇਮ ਗੇਮ ਹੀ ਜਿਹੜੀ ਇੱਕ ਦੂਜੇ ਦੇ ਉੱਤੇ ਜਿਹੜੀ ਉਹ ਚੱਲਦੀ ਰਹੇਗੀ। ਹਾਲਾਤ ਜਿਹੜੇ ਕੋਈ ਬਹੁਤੇ ਜ਼ਿਆਦਾ ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ ਚੰਗੇ ਨਹੀਂ ਹੈਗੇ। ਨਾਸਾਜ਼ ਦੇ ਜਿਹੜੇ ਅਜਿਹੀਆਂ ਚੀਜ਼ਾਂ ਨੂੰ ਲੈ ਕੇ ਜਿਹੜੇ ਉਹ ਬਣਦੇ ਜਾ ਰਹੇ ਹੈਗੇ ਆ। ਬਿਲਕੁਲ, ਜਿਹੜੇ ਹੈਕਰਸ ਸੀਗੇ ਕਹਿੰਦੇ ਪਈ ਇਹਨਾਂ ਨੇ ਹਜ਼ਾਰਾਂ ਹੀ ਕੰਪਿਊਟਰਸ ਜਿਹੜੇ ਆ ਵਰਲਡ ਵਾਈਡ ਜਿਹੜੇ ਉਹਨਾਂ ਨੂੰ ਹੈਕ ਕੀਤਾ ਹੈਗਾ। ਅਤੇ ਚਾਈਨੀਜ਼ ਸਾਈਪਰ ਸਪਾਈਜ਼ ਕਹਿੰਦੇ ਵੀ ਪ੍ਰਾਈਵੇਟ ਸੈਕਟਰ ਦੇ ਨਾਲ ਰਲ ਕੇ ਪੂਰੀ ਤਰ੍ਹਾਂ ਇਨਵੋਲਵ ਹੈਗੇ ਆ। ਚਾਈਨੀਜ਼ ਮਿਨਿਸਟਰੀ ਆਫ ਸਟੇਟ ਸਿਕਿਉਰਿਟੀ ਕਹਿੰਦੇ ਪਈ ਉਹਨਾਂ ਨੇ ਹਜੇ ਤੱਕ ਕੋਈ ਇੱਦਾਂ ਦੀ ਸਟੇਟਮੈਂਟ ਨਹੀਂ ਦਿੱਤੀ ਹੈਗੀ, ਪਰ USA ਦੇ ਵਿੱਚ ਬਹੁਤ ਸਾਰੇ ਗਵਰਨਮੈਂਟ ਆਫਿਸਿਸ ਅਤੇ ਜਿਹੜੀਆਂ ਯੂਨੀਵਰਸਿਟੀਜ਼ ਹੈਗੀਆਂ ਉਹਨਾਂ ਦੇ ਵਿੱਚ ਇਹ ਹੈਕਿੰਗ ਕੀਤੀ ਗਈ ਹੈਗੀ ਆ। ਅਤੇ ਸੋ ਪੂਰੀ FBI ਕਹਿੰਦੇ ਆ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਆ। ਅਤੇ ਦੂਸਰੇ ਪਾਸੇ ਤੁਸੀਂ ਦੱਸਿਆ ਹੀ ਆ ਵੀ ਕਿਸ ਤਰ੍ਹਾਂ ਜਿਹੜਾ ਪੈਗਾਸਸ ਸਪਾਈਵੇਅਰ ਆ ਉਸ ਨੂੰ ਵੱਖ-ਵੱਖ ਮੁਲਕਾਂ ਨੇ ਆਪਣੇ ਹੀ ਮੁਲਕ ਦੇ ਜਿਹੜੇ ਉੱਥੇ ਆਵਾਜ਼ ਚੱਕਦੇ ਆ, ਹਿਊਮਨ ਰਾਈਟਸ ਐਕਟਿਵਿਸਟ ਹੈਗੇ ਆ, ਕੋਈ ਆਪਣੀ ਆਜ਼ਾਦੀ ਦੀ ਗੱਲ ਕਰਦਾ ਹੈਗਾ, ਉਹਨਾਂ ਨੂੰ ਪੂਰੀ ਤਰ੍ਹਾਂ ਜਿਹੜਾ ਆ ਉਹਨਾਂ ਦੀ ਸਪਾਈ ਕੀਤਾ ਆ। ਉਹਨਾਂ ਦੀ ਸਭ ਤੋਂ ਵੱਡੀ ਜਿਹੜੀ ਆ ਇਸ ਮਾਮਲੇ ਦੇ ਵਿੱਚ ਇੱਕ ਸਾਊਦੀ ਅਰੇਬੀਆ ਦੀ ਜਿਹੜੀ ਹਿਊਮਨ ਰਾਈਟਸ ਐਕਟਿਵਿਸਟ ਆ ਲੁਹੈਨ ਹਥਲੋਲ ਜਿਹੜੀ ਆ ਉਹ ਆਈ ਹੈਗੀ। ਕਹਿੰਦੇ ਵੀ ਉਸ ਨੂੰ ਕੀਤਾ ਗਿਆ ਸੀ, ਉਹਦੀ ਸਪਾਈ ਕੀਤੀ ਗਈ ਸੀ ਇਸ ਸੌਫਟਵੇਅਰ ਦੇ ਰਾਹੀਂ ਅਤੇ ਮੁੜ ਕੇ ਉਸ ਨੂੰ ਅਬਡਕਟ ਕੀਤਾ ਗਿਆ UAE ਦੇ ਵਿੱਚ ਸੰਨ 2018 'ਚ, ਅਤੇ ਹਜੇ ਵੀ ਉਹ ਸਾਊਦੀ ਅਰੇਬੀਆ ਦੀ ਜੇਲ੍ਹ ਦੇ ਵਿੱਚ ਹੈਗੀ ਆ ਅਤੇ ਉਹਨੂੰ ਪੂਰੀ ਤਰ੍ਹਾਂ ਜਿਹੜਾ ਹੈ ਟੌਰਚਰ ਕੀਤਾ ਜਾ ਰਿਹਾ ਹੈਗਾ ਜੀ। ਅਤੇ ਇਸ ਤੋਂ ਪਹਿਲਾਂ ਜਿਹੜੇ ਚਾਈਨੀਜ਼ ਹੈਕ ਨੂੰ ਲੈ ਕੇ ਦੱਸਦੇ ਜਾਈਏ, ਅੱਜ ਜਸਟਿਸ ਡਿਪਾਰਟਮੈਂਟ ਦੇ ਦੁਆਰਾ 4 ਜਿਹੜੇ ਚੀਨੀ ਨੈਸ਼ਨਲ ਆ ਉਹਨਾਂ ਦੇ ਜਿਹੜੇ ਰੈਜ਼ੀਡੈਂਟਸ ਆ ਉਹਨਾਂ ਨੂੰ ਇੱਕ ਗ੍ਰੈਂਡ ਜੂਰੀ ਦੇ ਦੁਆਰਾ ਸੈਨ ਡੀਏਗੋ ਦੇ ਵਿੱਚ ਇੰਡਾਈਟ ਕੀਤਾ ਗਿਆ ਹੈਗਾ ਆ ਵੀ ਇਹਨਾਂ ਨੇ ਇੱਕ ਕੈਂਪੇਨ ਜਿਹੜਾ ਉਹ ਚਲਾਇਆ ਸੀ। ਦਰਜਨਾਂ ਹੀ ਜਿਹੜੀਆਂ ਕੰਪਨੀਜ਼ ਆ, ਯੂਨੀਵਰਸਿਟੀਜ਼ ਆ, ਗਵਰਨਮੈਂਟ ਐਂਟੀਟੀਜ਼ ਆ, ਉਹਨਾਂ ਦੇ ਕੰਪਿਊਟਰ ਸਿਸਟਮਸ ਆ ਉਹਨਾਂ ਨੂੰ ਹੈਕ ਕਰਨ ਦੇ ਲਈ 2011 ਤੋਂ 2018 ਦੇ ਦਰਮਿਆਨ। ਸੋ ਇਹ ਹੁਣ 7-8 ਸਾਲ ਦੇ ਵਕਫੇ ਦੇ ਵਿੱਚ ਇਹ ਕਿੰਨੇ ਕੁ ਕਾਮਯਾਬ ਹੋਏ, ਕਿਹੜੀ ਇਨਫੋਰਮੇਸ਼ਨ ਇਹਨਾਂ ਨੇ ਚੋਰੀ ਕੀਤੀ, ਇਹ ਇੱਕ ਬਹੁਤ ਵੱਡਾ ਇਹ ਇਸ ਟਾਈਮ ਨੈਸ਼ਨਲ ਸਿਕਿਉਰਿਟੀ ਦਾ ਮਸਲਾ ਜਿਹੜਾ ਹੈਕਿੰਗ ਆ ਉਹ ਬਣ ਚੁੱਕਾ ਹੋਇਆ ਹੈਗਾ ਆ। ਸੋ ਇਹ ਹੁਣ ਦੇਖਦੇ ਹਾਂ ਹਰਜੋਤ ਸਿੰਘ ਜੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ, ਪਰ ਸਾਰਿਆਂ ਨੂੰ ਬਹੁਤ ਹੀ ਜ਼ਿਆਦਾ ਧਿਆਨ ਜਿਹੜਾ ਆ ਉਹ ਰੱਖਣ ਦੀ ਜਿਹੜੀ ਉਹ ਜ਼ਰੂਰੀ ਧਿਆਨ ਜਿਹੜਾ ਉਹ ਰੱਖਣ ਦੀ ਜ਼ਰੂਰੀ ਹੈਗੀ ਆ। ਅਤੇ ਆਪਾਂ ਇਸ ਤੋਂ ਪਹਿਲਾਂ ਦੇਖਿਆ ਸੀਗਾ ਵੀ ਜਿਹੜੀ ਪਹਿਲੋਂ ਹੈਕਿੰਗ ਹੋਈ ਸੀ ਉਹ ਜਿਹੜੇ ਰਸ਼ੀਆ ਦੇ ਨਾਲ ਉਹ ਹੈਕਰਸ ਦੇ ਜਿਹੜੇ ਸੰਬੰਧ ਆ ਜੁੜੇ ਸੀਗੇ। ਸੋ ਬਾਹਰਲੇ ਮੁਲਕ ਅਮਰੀਕਾ ਨੂੰ ਢਾਹ ਲਾਉਣ ਦੇ ਲਈ ਜਿਹੜੀ ਆ ਹਰ ਤਰੀਕਾ, ਹਰ ਹੀਲਾ ਜਿਹੜਾ ਉਹ ਕਰ ਰਹੇ ਆ ਅਤੇ ਇੱਥੇ ਆਪਸ ਦੇ ਵਿੱਚ ਜਿਹੜਾ ਆ ਉਹ ਆਈ ਟੂ ਆਈ ਜਿਹੜਾ ਉਹ ਦੇਖਣ ਨੂੰ ਲੋਕ ਰਾਜੀ ਨਹੀਂ ਹੈਗੇ, ਇੱਕ ਦੂਜੇ ਨੂੰ ਜਿਹੜਾ ਥੱਲੇ ਲਾਉਣ ਦੀਆਂ ਜਿਹੜੀਆਂ ਉਹ ਕੋਸ਼ਿਸ਼ਾਂ ਆ। ਸੋ ਮੁਲਕ ਭਾਈ ਤਾਂ ਹੀ ਜਿਹੜਾ ਉਹ ਗਾਂਹ ਵਧਣਾ ਜੇ ਸਾਰੇ ਜਾਣੇ ਇਕੱਠੇ ਹੋਵਾਂਗੇ ਅਤੇ ਬਾਹਰਲੇ ਆ ਰਹੇ ਜਿਹੜੇ ਹਮਲੇ ਆ ਉਹਨਾਂ ਤੋਂ ਜਿਹੜਾ ਇੱਕ ਦੂਜੇ ਨੂੰ ਆਪਾਂ ਜਿਹੜਾ ਉਹ ਬਚਾ ਸਕੀਏ ਜੀ। ਅਗਲੀ ਖਬਰ ਜਿਹੜੀ ਆ ਉਹ ਅੱਗਾਂ ਲੱਗੀਆਂ ਆ ਵੈਸਟ ਕੋਸਟ ਦੇ ਵਿੱਚ, ਉਹਨਾਂ ਦੇ ਸੰਬੰਧ ਦੇ ਵਿੱਚ ਆ। ਓਰੀਗਨ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਫਾਇਰ ਆ ਉਹ ਇਸ ਟਾਈਮ
ਲੱਗੀ ਹੋਈ ਹੈਗੀ ਆ। ਬੂਟਲੈਗ ਫਾਇਰ ਲਾਰਜੈਸਟ ਵਾਈਲਡ ਫਾਇਰ USA ਦੇ ਵਿੱਚ ਇਸ ਟਾਈਮ ਲੱਗੀ ਹੋਈ ਆ, ਜਿਸ ਦੇ ਨਾਲ ਕਹਿੰਦੇ ਪਈ ਘੱਟੋ ਘੱਟ 476 ਸਕੁਅਰ ਮਾਈਲ, ਜਿਹੜਾ ਕਿ 1210 ਸਕੁਅਰ ਮਾਈਲ, ਸੋ 1210 ਇੱਕ ਪਾਸੇ ਨੂੰ, ਚੌਹਾਂ ਪਾਸਿਆਂ ਨੂੰ ਲਾ ਲਓ, ਇਹ ਏਰੀਆ ਜਿਹੜਾ ਆ ਅੱਗ ਦੀ ਭੇਂਟ ਦੇ ਵਿੱਚ ਚੜਿਆ ਹੋਇਆ ਆ। ਪੂਰਾ ਏਰੀਏ ਨੂੰ ਜੇ ਦੇਖਿਆ ਜਾਵੇ, ਕਹਿੰਦੇ ਲਗਭਗ ਇਹ ਲਾਸ ਐਂਜਲਸ, ਸਿਟੀ ਆਫ ਲਾਸ ਐਂਜਲਸ ਸਾਈਜ਼ ਦਾ ਬਣਦਾ ਹੈਗਾ। ਜਿਹੜੀ ਹਵਾਵਾਂ ਆ ਬਹੁਤ ਤੇਜ਼ ਚੱਲ ਰਹੀਆਂ, ਜਿਹੜੀਆਂ ਕਿ ਜਿਹਦੇ ਕਰਕੇ ਫਾਇਰ ਫਾਈਟਰਸ ਆ ਉਹਨਾਂ ਨੂੰ ਬਹੁਤ ਮੁਸ਼ਕਿਲ ਆ ਰਹੀ ਆ ਅੱਗ ਬੁਝਾਉਣ ਦੇ ਲਈ। 2000 ਜਿਹੜੇ ਰੈਜ਼ੀਡੈਂਟਸ ਹੈਗੇ ਆ ਇਸ ਏਰੀਏ ਦੇ ਵਿੱਚ, ਮੋਸਟਲੀ ਜਿਹੜੇ ਪੇਂਡੂ ਏਰੀਏ ਦੇ ਵਿੱਚ ਆ, ਰੂਰਲ ਏਰੀਏ ਦੇ ਵਿੱਚ, ਉਹਨਾਂ ਨੂੰ ਉੱਥੋਂ ਅਵੈਕੂਏਟ ਕੀਤਾ ਗਿਆ ਆ। 22% ਸਿਰਫ ਜਿਹੜੀ ਕੰਟੇਨ ਕੀਤੀ ਗਈ ਆ ਅੱਗ। ਇਹਦੇ ਨਾਲ ਹੁਣ ਤੱਕ 67 ਘਰ ਤੇ 100 ਦੇ ਕਰੀਬ ਜਿਹੜੀਆਂ ਆਊਟ ਬਿਲਡਿੰਗਸ ਹੈਗੀਆਂ ਉਹ ਸੜ ਕੇ ਸਵਾਹ ਹੋ ਗਈਆਂ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਇਸੇ ਦੇ ਨਾਲ ਹੀ ਸੰਬੰਧਿਤ ਅੱਗਾਂ ਦੇ ਨਾਲ ਆ, ਜਿਹੜੀ ਡਿਕਸੀ ਫਾਇਰ ਕੈਲੀਫੋਰਨੀਆ ਦੇ ਵਿੱਚ ਲੱਗੀ ਹੋਈ ਆ, ਉਸ ਦੇ ਵਿੱਚ ਹੁਣ ਮੁੱਢਲੀ ਜਾਂਚ ਦੇ ਵਿੱਚ ਇਹ ਚੀਜ਼ ਸਾਹਮਣੇ ਆ ਰਹੀ ਆ ਵੀ ਜਿਹੜਾ PG&E ਆ ਉਹਨਾਂ ਦਾ ਹੀ ਉਪਕਰਨ ਜਿਹੜਾ ਆ ਉਹ ਉਸ ਦਾ ਇੱਕ ਕਾਰਨ ਸੀਗਾ ਜਿਸ ਕਰਕੇ ਇੱਥੇ ਅੱਗ ਲੱਗੀ ਆ। ਇਸ ਮੌਕੇ ਇਹ ਜਿਹੜੀ ਅੱਗ ਆ 47 ਸਕੁਅਰ ਮੀਲ ਦੇ ਵਿੱਚ ਜਿਹੜੀ ਉਹ ਫੈਲ ਚੁੱਕੀ ਹੋਈ ਹੈਗੀ ਆ। PG&E ਦਾ ਜਿਹੜਾ ਫਾਲਟੀ ਇਕਵਿਪਮੈਂਟ ਆ ਉਹ ਇੱਕ ਵਾਰੀ ਫੇਰ ਜਿਹੜਾ ਹਰਜੋਤ ਸਿੰਘ ਜੀ ਇਸ ਦੇ ਵਿੱਚ ਜਿਹੜਾ ਦੋਸ਼ੀ ਇੱਕ ਹਿਸਾਬ ਦੇ ਨਾਲ ਲੱਭਾ। 2018 ਦੇ ਵਿੱਚ ਇਹਨਾਂ ਦੇ ਹੀ ਇੱਕ ਉਪਕਰਨ ਕਰਕੇ ਜਿਹੜੀ ਉਹ ਅੱਗ ਲੱਗੀ ਸੀ, ਜਿਹੜੀ ਪੈਰਾਡਾਈਸ ਟਾਊਨ ਨੂੰ ਪੂਰੀ ਤਰ੍ਹਾਂ ਨਿਗਲ ਗਈ ਸੀ ਤੇ 85 ਲੋਕ ਉਸ ਅੱਗ ਦੇ ਵਿੱਚ ਜਿਹੜੇ ਉਹ ਮਾਰੇ ਗਏ ਸੀਗੇ। ਤੇ ਹੁਣ ਇੱਕ ਵਾਰੀ ਫੇਰ PG&E ਦੇ ਇਕਵਿਪਮੈਂਟ ਆ ਉਹ ਇਸ ਦੇ ਵਿੱਚ ਸਾਹਮਣੇ ਆਇਆ ਹੈਗਾ ਆ। ਸੋ ਹਾਲਾਤ ਜਿਹੜੇ ਆ ਓਵਰਆਲ ਚੰਗੇ ਨਹੀਂ ਹੈਗੇ ਆ। ਜੇ ਤੁਸੀਂ ਵਾਈਲਡ ਫਾਇਰ ਦਾ ਮੈਪ ਦੇਖੋ, ਕੈਲੀਫੋਰਨੀਆ, ਆਈਡਾਹੋ, ਓਰੇਗਨ, ਇਹਦੇ ਇਰਦ ਗਿਰਦ ਦੇ ਇਲਾਕੇ, ਇੱਥੋਂ ਤੱਕ ਕਿ ਨਵਾਡਾ ਦੇ ਕੁਛ ਹਿੱਸੇ, ਕੋਲੋਰਾਡੋ ਦੇ ਵਿੱਚ, ਵਾਇਓਮਿੰਗ ਦੇ ਵਿੱਚ, ਮੋਂਟੈਨਾ ਦੇ ਵਿੱਚ, ਇਹਨਾਂ ਥਾਵਾਂ ਦੇ ਉੱਤੇ ਵੈਸਟਰਨ ਜਿਹੜਾ ਇਸ ਟਾਈਮ ਅਮਰੀਕਾ ਆ ਉਹ ਅੱਗਾਂ ਤੋਂ ਬਹੁਤ ਬੁਰੀ ਤਰ੍ਹਾਂ ਜਿਹੜਾ ਆ ਉਹ ਜੂਝ ਰਿਹਾ ਹੈਗਾ ਆ। ਸੋ ਜ਼ੋਰ ਜਿਹੜਾ ਆ ਆਪਣੇ ਜਿਹੜੇ ਫਾਇਰ ਫਾਈਟਰਸ ਦਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹਨਾਂ ਅੱਗਾਂ ਨੂੰ ਕਾਬੂ ਕਰਨ ਦੇ ਵਿੱਚ ਲੱਗਾ ਹੋਇਆ ਆ। ਹਜ਼ਾਰਾਂ ਹੀ ਜਿਹੜੇ ਫਾਇਰ ਫਾਈਟਰਸ ਆ ਇਹਨਾਂ ਅੱਗਾਂ ਨੂੰ ਕਾਬੂ ਕਰਨ ਦੇ ਵਿੱਚ ਲੱਗੇ ਹੋਏ ਆ। ਅਤੇ ਆਪਾਂ ਜਿਹੜੀ ਆਪਣੀ ਭੂਮਿਕਾ ਇਹੀ ਨਿਭਾ ਸਕਦੇ ਹਾਂ ਵੀ ਭਾਈ ਸਾਹਿਬ ਆਪਾਂ ਸਾਰੇ ਜਾਣੇ ਜਿਹੜੇ ਆ ਵੀ ਕੋਈ ਇੱਦਾਂ ਦਾ ਸ਼ਰਾਰਤ ਜਾਂ ਕੋਈ ਇੱਦਾਂ ਦੀ ਚੀਜ਼ ਨਾ ਹੋਵੇ ਵੀ ਉਹਨਾਂ ਨੂੰ ਬਾਅਦ ਦੇ ਵਿੱਚ ਕੋਈ ਕਿਸੇ ਦੀ ਅਣਗਹਿਲੀ ਤੇ ਜਾਂ ਕਿਸੇ ਦੀ ਜਿਹੜੀ ਸ਼ਰਾਰਤ ਕਰਕੇ ਇੱਧਰ ਉੱਧਰ ਆਪਣਾ ਜਿਹੜਾ ਟਾਈਮ ਡਾਈਵਰਟ ਕਰਨਾ ਪਵੇ। ਤਾਂ ਉਹਨਾਂ ਨੂੰ ਰਾਈਟ ਨਾਓ ਇਹ ਚੀਜ਼ਾਂ ਨੂੰ ਬੁਝਾਉਣ ਦੇ ਵਿੱਚ ਕੋਸ਼ਿਸ਼ ਕਰਨੀ ਚਾਹੀਦੀ ਆ। ਅਤੇ ਇੱਕ ਜਿਹੜਾ ਹਰਜੋਤ ਸਿੰਘ ਜੀ ਸਮੱਸਿਆ ਹੋਰ ਆ ਰਹੀ ਆ, ਪਿਛਲੇ ਸਾਲ ਆਪਾਂ ਦੇਖਿਆ ਸੀਗਾ ਵੀ ਬਹੁਤ ਵੱਡੇ ਜਿਹੜੇ ਆ ਜਿਹੜਾ ਬਿਜਲੀ ਡਿੱਗਣ ਦੇ ਜਿਹੜੇ ਆਏ ਸੀਗੇ ਉਹ ਜਿਹੜਾ ਆਇਆ ਸੀਗਾ। ਅਤੇ ਇਸ ਵਾਰ ਫਿਰ ਇੱਦਾਂ ਦੀ ਘਟਨਾ ਦੇ ਜਿਹੜੇ ਆ ਅੰਦੇਸ਼ੇ ਹੈਗੇ ਆ ਵੀ ਇੱਦਾਂ ਦਾ ਸਟੋਰਮ ਜਿਹੜਾ ਆ ਸਕਦਾ ਜਿਸ ਦੇ ਵਿੱਚ ਲਾਈਟਨਿੰਗ ਬਹੁਤ ਜ਼ਿਆਦਾ ਹੋਊਗੀ, ਬਿਜਲੀ ਡਿੱਗ ਸਕਦੀ ਆ। ਅਤੇ ਪਿਛਲੇ ਦੀ ਉਹਦੇ ਕਰਕੇ ਬਹੁਤ ਅੱਗਾਂ ਲੱਗੀਆਂ ਸੀ ਅਤੇ ਇਸ ਵਾਰ ਵੀ ਜਿਹੜਾ ਉਹ ਖਦਸ਼ਾ ਜਿਹੜਾ ਉਹ ਪ੍ਰਗਟ ਕੀਤਾ ਜਾ ਰਿਹਾ ਹੈਗਾ ਆ। ਸੋ ਆਪਾਂ ਉਮੀਦ ਹੀ ਕਰਦੇ ਹਾਂ ਵੀ ਬਚਾ ਰਵੇ, ਪਰ ਤਿਆਰ ਜਿਹੜਾ ਆ ਜ਼ਰੂਰ ਆਪਾਂ ਨੂੰ ਇਸ ਚੀਜ਼ ਦੇ ਲਈ ਨਾਲ ਦੇ ਨਾਲ ਰਹਿਣਾ ਚਾਹੀਦਾ ਹੈਗਾ ਆ। ਅਗਲੀ ਖਬਰ ਕਰੋਨਾ ਵਾਇਰਸ ਦੇ ਸੰਬੰਧ ਦੇ ਵਿੱਚ ਨਵੇਂ ਸਟੈਟਿਸਟਿਕਸ ਜਿਹੜੇ ਆਏ ਹੈਗੇ ਆ, ਉਹਨਾਂ ਦੇ ਮੁਤਾਬਕ ਮੈਜੋਰਟੀ ਨਹੀਂ ਕਹਿੰਦੇ ਪਈ, 90 ਤੋਂ 95% ਲੋਕਾਂ ਨੂੰ ਜਿਨ੍ਹਾਂ ਨੂੰ ਇਸ ਟਾਈਮ ਦੇ ਉੱਤੇ ਕਰੋਨਾ ਹੋ ਰਿਹਾ ਜਾਂ ਜਿਨ੍ਹਾਂ ਦੀ ਕਰੋਨਾ ਦੇ ਨਾਲ ਮੌਤ ਹੋ ਰਹੀ ਆ, ਉਹ ਲੋਕ ਆ ਜਿਨ੍ਹਾਂ ਨੇ ਹਜੇ ਤੱਕ ਵੀ ਟੀਕਾ ਨਹੀਂ ਲਵਾਇਆ ਹੈਗਾ। ਇਹ ਨਵੇਂ ਜਿਹੜੇ ਸਟੈਟਿਸਟਿਕਸ ਆਏ ਹੈਗੇ ਆ, ਕਹਿੰਦੇ ਪਈ ਜੇ ਮੈਂ ਕੁਛ ਕੁ ਸਟੇਟਸ ਦੀ ਦੱਸਦੇ ਜਾਵਾਂ, 98 ਤੋਂ 99% ਜਿਹੜੇ ਪੀਪਲ ਹੌਸਪੀਟਲਾਈਜ਼ ਹੋਏ ਹੈਗੇ ਆ ਉਹ ਕਹਿੰਦੇ ਪਈ ਜਿਹੜੇ ਵੈਕਸੀਨੇਟਡ ਨਹੀਂ ਹੋਏ ਹੈਗੇ। ਅਲਬਾਮਾ ਦੇ ਵਿੱਚ 96.2% ਜਿਹੜੀਆਂ ਡੈਥਸ ਹੋਈਆਂ ਕੋਵਿਡ ਦੇ ਨਾਲ ਹੁਣ ਰੀਸੈਂਟਲੀ ਪਿਛਲੇ 3 ਮਹੀਨਿਆਂ 'ਚ, ਉਹ ਉਹਨਾਂ ਦੀਆਂ ਜਿਨ੍ਹਾਂ ਨੇ ਕੋਈ ਵੈਕਸੀਨ ਨਹੀਂ ਲਵਾਇਆ। ਮੈਰੀਲੈਂਡ ਦੇ ਵਿੱਚ 100% ਡੈਥਸ ਜਿਹੜੀਆਂ ਕਰੋਨਾ ਦੇ ਨਾਲ ਹੋਈਆਂ ਆ ਉਹਨਾਂ ਨੇ ਵੈਕਸੀਨ ਨਹੀਂ ਲਵਾਇਆ ਹੈਗਾ। ਲੂਜ਼ੀਆਨਾ ਦੇ ਵਿੱਚ ਵੀ 97% ਲੋਕ ਜਿਹੜੇ ਕਰੋਨਾ ਵਾਇਰਸ ਪੋਜ਼ੀਟਿਵ ਅਤੇ ਜਿਨ੍ਹਾਂ ਦੀ ਮੌਤ ਹੋ ਰਹੀ ਆ ਉਹ ਆ ਜਿਨ੍ਹਾਂ ਨੇ ਵੈਕਸੀਨ ਨਹੀਂ ਲਵਾਏ। ਆਪਾਂ ਜਿਹੜੀ ਆਪਣੀ ਗੋਲਡਨ ਸਟੇਟ ਕੈਲੀਫੋਰਨੀਆ ਦੀ ਜੇ ਗੱਲ ਕਰਦੇ ਜਾਈਏ, ਲਾਸ ਐਂਜਲਸ ਕਾਉਂਟੀ ਦੇ ਵਿੱਚ 99% ਮੌਤਾਂ ਅਤੇ ਜਿਨ੍ਹਾਂ ਦੇ ਜਿਹੜੇ ਆ ਹੌਸਪੀਟਲਾਈਜੇਸ਼ਨ ਹੋ ਰਹੀ ਆ ਕਰੋਨਾ ਵਾਇਰਸ ਕਰਕੇ, ਉਹ ਲੋਕ ਆ ਜਿਨ੍ਹਾਂ ਨੇ ਹਜੇ ਤੱਕ ਵੈਕਸੀਨ ਨਹੀਂ ਲਵਾਇਆ। ਨਿਊਯਾਰਕ ਦੇ ਵਿੱਚ 94.4% ਲੋਕ ਜਿਨ੍ਹਾਂ ਦੀ ਹੌਸਪੀਟਲਾਈਜੇਸ਼ਨ ਹੋਈ ਆ
98.8% ਜਿਨ੍ਹਾਂ ਦੀਆਂ ਮੌਤਾਂ ਹੋਈਆਂ ਇਹ ਉਹੀ ਲੋਕ ਆ ਜਿਨ੍ਹਾਂ ਨੇ ਹਜੇ ਤੱਕ ਵੈਕਸੀਨ ਨਹੀਂ ਲਵਾਇਆ। ਸੋ ਹੁਣ ਇੱਥੋਂ ਦੇਖ ਲਓ ਵੀ ਕਿੱਡੇ ਵੱਡੇ ਫਿਗਰ ਹੈਗੇ ਆ। ਸੋ ਇੱਕ ਵਾਰੀ ਫੇਰ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਹੈਗੇ ਆ, ਬਹੁਤ ਵਾਰ ਤੁਸੀਂ ਦੇਖਦੇ ਆ YouTube ਆਪਣੇ ਕਈ ਪੰਜਾਬੀ ਵੀ ਸ਼ੇਅਰ ਕਰੀ ਜਾਂਦੇ ਗਾਹਾਂ ਤੇ ਗਾਹਾਂ ਵੀ ਨਹੀਂ ਜੀ ਵੈਕਸੀਨ ਲਵਾਉਣ ਦੀ ਕੋਈ ਜ਼ਰੂਰਤ ਨਹੀਂ। ਆ ਹੁਣ ਤੁਸੀਂ ਸਟੈਟਿਸਟਿਕਸ ਦੇਖ ਲਓ, CDC ਵੱਲੋਂ ਰਿਲੀਜ਼ ਕੀਤੀ ਗਏ ਆ ਵੀ ਜਿਨ੍ਹਾਂ ਦੇ ਨਹੀਂ ਵੈਕਸੀਨ ਲੱਗੇ ਤੇ ਉਹ ਕਿੰਨੀ ਜਿਹੜੀ ਵੱਡੀ ਗਿਣਤੀ ਉਹਨਾਂ ਦੀ ਮੌਤ ਤੇ ਉਹਨਾਂ ਨੂੰ ਕਰੋਨਾ ਹੋ ਰਿਹਾ ਹੈਗਾ। ਬਿਲਕੁਲ ਜੀ। ਸੋ ਜ਼ਿਆਦਾ ਜਿਹੜਾ ਬਿਮਾਰ ਹੋ ਕੇ ਤੇ ਮੌਤ ਵੱਲ ਨੂੰ ਜਿਹੜੇ ਉਹ ਲੋਕ ਨੇ ਜਿਹੜੇ ਰਾਈਟ ਨਾਓ ਅਨਵੈਕਸੀਨੇਟਿਡ ਹੈਗੇ ਨੇ, ਮੈਜੋਰਟੀ ਦੇ ਵਿੱਚ ਇਹ ਚੀਜ਼ ਹੋ ਰਹੀ ਹੈ। ਸੋ ਵੈਕਸੀਨ ਤੁਹਾਨੂੰ ਜਿਹੜਾ ਆ ਉਹ ਸਵੀਅਰ ਬਿਮਾਰ ਹੋਣ ਤੋਂ, ਜ਼ਿਆਦਾ ਬਿਮਾਰ ਹੋਣ ਤੋਂ ਜਿਹੜੀ ਉਹ ਬਚਾਉਂਦੀ ਆ, ਤਾਂ ਜੋ ਤੁਹਾਡਾ ਸਰੀਰ ਤੇ ਜਿਹੜੀਆਂ ਦਵਾਈਆਂ ਆ ਉਹ ਉਸ ਦੇ ਨਾਲ ਉਹਨਾਂ ਨੂੰ ਜਿਹੜਾ ਕੋਵਿਡ ਜੇ ਕਿਸੇ ਨੂੰ ਹੋ ਵੀ ਜਾਂਦਾ ਆ ਵੀ ਉਸ ਨੂੰ ਜਿਹੜਾ ਉਹ ਝੱਲਣ ਦੀ ਸ਼ਮਤਾ ਜਿਹੜੀ ਆ ਉਹ ਸਰੀਰ ਦੀ ਜਿਹੜੀ ਉਹ ਵੱਧ ਸਕੇ। ਇਸ ਦੇ ਨਾਲ ਹੀ ਸੰਬੰਧਿਤ ਸੀਗੀ ਹਰਜੋਤ ਸਿੰਘ ਜੀ ਇੱਕ ਸਰਵੇ ਕੀਤਾ ਗਿਆ ਜਿਸ ਦੇ ਵਿੱਚ ਕਹਿੰਦੇ ਵੀ 20% ਅਮਰੀਕਨ ਅਜੇ ਵੀ ਇਹ ਮੰਨਦੇ ਨੇ ਵੀ ਜਿਹੜੇ ਵੈਕਸੀਨ ਦੇ ਨਾਲ ਤੁਹਾਡੇ ਸਰੀਰ ਦੇ ਵਿੱਚ ਮਾਈਕਰੋਚਿਪ ਪਾ ਕੇ ਜਿਹੜਾ ਸਰਕਾਰ ਨੇ ਤੁਹਾਡੀ ਹਰ ਇੱਕ ਚੀਜ਼ ਦੇ ਉੱਤੇ ਜਿਹੜੀ ਉਹ ਨਜ਼ਰ ਰੱਖਣੀ ਆ, ਜਦ ਕਿ ਸਰਕਾਰ ਦੇ ਕੋਲ ਤੁਹਾਡੀ ਫੋਟੋ ਵੀ ਹੈਗੀ ਆ, ਜਿਹਨੇ ਡਰਾਈਵਿੰਗ ਲਾਇਸੈਂਸ ਬਣਾਇਆ ਜਾਂ ਪਾਸਵਰਡ ਬਣਾਇਆ ਉਹ ਵੀ ਤੁਹਾਡਾ ਸਾਰਾ ਕੁਝ ਹੈਗਾ, ਫਿੰਗਰਪ੍ਰਿੰਟ ਤੁਹਾਡੇ ਉਹਨਾਂ ਕੋਲ ਆ, SSN ਤੁਹਾਨੂੰ ਨੰਬਰ ਜਿਹੜਾ ਇੱਕ ਅਸਾਈਨ ਕੀਤਾ ਹੋਇਆ ਆ, ਟੈਕਸ ਤੁਸੀਂ ਹਰ ਸਾਲ ਭਰਦੇ ਹੋ, ਦੇਖਦੇ ਆ ਵੀ ਉਹ ਕੀ ਕਰਦੇ ਆ ਕੀ ਨਹੀਂ ਕਰਦੇ, ਉਸ ਹਿਸਾਬ ਦੇ ਨਾਲ ਚਾਹੇ ਬਿਜ਼ਨਸਮੈਨ ਆ ਤੇ ਚਾਹੇ ਨਹੀਂ ਆ। ਸੋ ਸਾਰੀਆਂ ਚੀਜ਼ਾਂ ਹੋ ਰਹੀਆਂ ਆ। ਸੋ ਹੁਣ ਇਹ ਨਹੀਂ ਪਤਾ ਵੀ ਏਡੀ ਕਿਹੜੀ ਵੈਕਸੀਨ ਦੇ ਨਾਲ ਉਹਨਾਂ ਨੇ ਮਾਈਕਰੋਚਿਪ ਲਾ ਕੇ ਤੁਹਾਡੇ ਉੱਤੇ ਹੋਰ ਕਿੰਨੀ ਨਿਗਰਾਨੀ ਰੱਖਣੀ ਆ। ਬਾਕੀ ਪੈਗਸਿਸ ਵਰਗੇ ਜਿਹੜੇ ਪ੍ਰੋਜੈਕਟ ਤੇ ਆਲਰੇਡੀ NSA ਦਾ ਤਾਂ ਕਿੰਨਾ ਰੌਲਾ ਪੈਂਦਾ ਹੈ ਵੀ ਉਹ ਆਪਣੀ ਹੀ ਸਿਵਿਲੀਅਨਸ ਦੇ ਉੱਤੇ ਪਹਿਲਾਂ ਹੀ ਫੋਨ ਦੇ ਜ਼ਰੀਏ ਤੇ ਹੋਰ ਕਈ ਚੀਜ਼ਾਂ ਦੇ ਜ਼ਰੀਏ ਨਜ਼ਰਸਾਨੀ ਜਿਹੜੀ ਉਹ ਰੱਖੀ ਬੈਠੇ ਹੈਗੇ ਆ। ਇਹ ਹਰਜੋਤ ਸਿੰਘ ਜੀ ਯਾਦ ਆ ਜਦੋਂ ਇੰਡੀਆ ਦੇ ਵਿੱਚ 2000 ਦਾ ਨੋਟ ਆਇਆ ਸੀਗਾ, ਕਹਿੰਦੇ ਜੀ ਮਾਈਕਰੋਚਿਪ ਉਹ 'ਚ ਲੱਗੀ ਆ ਤੇ ਸਾਰੀ ਬਲੈਕ ਮਨੀ ਬਾਹਰ ਆ ਜਾਣੀ। ਸੋ ਉੱਦਾਂ ਦਾ ਹੀ ਜਿਹੜੀਆਂ ਕਈ ਥਿਊਰੀਜ਼ ਜਿਹੜੀਆਂ ਉਹ ਆਪਾਂ ਨੂੰ ਦੇਖਣ ਨੂੰ ਜਿਹੜੀਆਂ ਇਸ ਟਾਈਮ ਵੈਕਸੀਨ ਦੇ ਨਾਲ ਸੰਬੰਧਿਤ ਵੀ ਜਿਹੜੀਆਂ ਉਹ ਮਿਲ ਰਹੀਆਂ ਹੈਗੀਆਂ। ਇਕੱਲੇ ਆਮ ਲੋਕ ਨਹੀਂ, ਬਹੁਤ ਸਾਰੇ ਜਿਹੜੇ ਪੜ੍ਹੇ ਲਿਖੇ ਲੋਕ ਆ। ਇੱਕ ਬ੍ਰਿਟੇਨ ਦੀ ਬਹੁਤ ਫਾਰ ਰਾਈਟ ਕਮੈਂਟੇਟਰ ਹੈਗੀ ਕੈਟੀ ਹੌਪਕਿੰਸ, ਉਹ ਆਸਟ੍ਰੇਲੀਆ ਦੇ ਵਿੱਚ ਗਈ, ਆਸਟ੍ਰੇਲੀਆ ਦੇ ਵਿੱਚ ਕੁਆਰੰਟੀਨ ਕਰਨਾ ਪੈਂਦਾ ਆ ਅਤੇ ਉੱਥੋਂ ਹੀ ਉਹਨੇ ਕੁਆਰੰਟੀਨ ਨਹੀਂ ਕੀਤਾ ਅਤੇ ਲਾਈਵ ਜਿਹੜੀ ਆ ਆਪਣੀ ਬਰੋਡਕਾਸਟ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਤੋਂ ਬਾਅਦ ਉਹਦਾ ਜਿਹੜਾ ਵੀਜ਼ਾ ਵੀ ਕੈਂਸਲ ਕੀਤਾ ਗਿਆ ਅਤੇ ਹੁਣ ਉਹ 'ਤੇ ਕਹਿੰਦੇ ਡਿਪੋਰਟੇਸ਼ਨ ਵੀ ਲੱਗੂਗੀ। ਅਤੇ ਉਸ ਨੇ ਕਹਿੰਦੇ ਵੀ ਕੋਵਿਡ-19 ਲੋਕਡਾਊਨ ਨੂੰ ਕਿਹਾ ਵੀ ਗ੍ਰੇਟੈਸਟ ਹੋਐਕਸ ਜਿਹੜਾ ਹਿਊਮਨ ਹਿਸਟਰੀ ਦੇ ਵਿੱਚ ਆ। ਇਹ ਬਹੁਤ ਵੱਡੀ ਜਿਹੜੀ ਲੱਖਾਂ ਹੀ ਲੋਕ ਮਰ ਗਏ, ਇਹਨਾਂ ਲੋਕਾਂ ਨੂੰ ਸਮਝ ਹੀ ਨਹੀਂ ਆਉਂਦੀ, ਪਤਾ ਨਹੀਂ ਇਹ ਕੀ ਜਿਹੜਾ ਉਹ ਦੇਖੀ ਜਾ ਰਹੇ ਆ। ਆਪਣੇ ਇਰਦ ਗਿਰਦ ਝਾਤ ਮਾਰ ਕੇ ਦੇਖੋ ਵੀ ਇਸ ਦੇ ਕਰਕੇ ਕਿੰਨੇ ਜਿਹੜੇ ਲੋਕ ਆ ਉਹ ਹੁਣ ਤੱਕ ਜਿਹੜੇ ਉਹ ਮਰ ਚੁੱਕੇ ਆ। ਲਾਈਕ ਕੀ ਸਰਕਾਰ ਨੂੰ ਇਹਨੇ ਨੋਟ ਛਾਪ ਕੇ ਤੇ ਲੋਕਾਂ 'ਚ ਵੰਡਣ ਦਾ ਕੋਈ ਉਹਨਾਂ ਨੂੰ ਕੋਈ ਫਾਇਦਾ ਹੋਇਆ ਆ? ਨੁਕਸਾਨ ਹੀ ਹੋਇਆ ਹੈ ਇਵੈਂਚੁਅਲੀ। ਸੋ ਕੀ ਇਹ ਚੀਜ਼ ਜਿਹੜੀ ਹੋਕਸ ਕਰਕੇ ਉਹਨਾਂ ਨੂੰ ਕੀ ਜਿਹੜਾ ਉਹ ਫਾਇਦਾ ਜਿਹੜਾ ਉਹ ਹੋਣਾ ਹੈਗਾ ਆ? ਇਸੇ ਤਰ੍ਹਾਂ ਆਪਾਂ ਬੱਚਿਆਂ ਦੀ ਖਬਰ ਸਾਂਝੀ ਕਰਦੇ ਜਾਈਏ ਰਾਜਕੁਮਾਰ ਸਿੰਘ ਜੀ। 12 ਸਾਲ ਤੋਂ ਉੱਪਰ ਦੇ ਜਿੰਨੇ ਵੀ ਬੱਚੇ ਹੈਗੇ ਆ USA ਦੇ ਵਿੱਚ ਉਹ ਸਾਰੇ ਜਿਹੜੇ ਆ ਟੀਕਾ ਲਵਾ ਸਕਦੇ ਆ। ਅਤੇ ਅੱਜ ਜਿਹੜੇ ਪੀਡੀਆਟ੍ਰਿਕਸ ਗਰੁੱਪ ਹੈਗਾ ਅਮਰੀਕਾ ਦੇ ਵਿੱਚ, ਸਭ ਤੋਂ ਵੱਡਾ ਅਮਰੀਕਨ ਅਕੈਡਮੀ ਆਫ ਪੀਡੀਆਟ੍ਰਿਕਸ ਜਿਹੜੇ ਬੱਚਿਆਂ ਦੇ ਡਾਕਟਰਸ ਦੀ ਹੈਗੀ ਆ, ਉਹਨਾਂ ਨੇ ਇਹ ਰਿਕਮੈਂਡ ਕੀਤਾ ਆ ਵੀ ਈਵਨ ਦੋ ਤੁਹਾਡੇ ਬੱਚੇ ਉਹ ਵੈਕਸੀਨੇਟਡ ਵੀ ਹੋ ਗਏ ਆ, ਸਕੂਲ ਦੇ ਵਿੱਚ ਜਾਣ ਪਰ ਉਹ ਮਾਸਕ ਜ਼ਰੂਰ ਪਾ ਕੇ ਰੱਖਣ। ਸੋ ਇਹ ਅੱਜ ਉਹਨਾਂ ਨੇ ਬਹੁਤ ਵੱਡੀ ਜਿਹੜੀ ਆ ਸਿਫਾਰਿਸ਼ ਕੀਤੀ ਆ ਵੀ ਬਿਲਕੁਲ 2 ਸਾਲ ਤੋਂ ਵੱਧ ਦੀ ਉਮਰ ਵਾਲੇ ਸਾਰੇ ਬੱਚਿਆਂ ਨੂੰ ਕਹਿੰਦੇ ਵੀ ਜਿਹੜੇ ਵੀ ਉਹ ਸਕੂਲ 'ਚ ਜਾ ਰਹੇ ਆ ਵੈਕਸੀਨੇਸ਼ਨ ਦੇ ਚਾਹੇ ਜਿੱਦਾਂ ਦਾ ਵੀ ਸਟੇਟਸ ਆ, ਵੈਕਸੀਨੇਟਡ ਜਾਂ ਅਨਵੈਕਸੀਨੇਟਡ ਆ, ਵੀ ਕੋਵਿਡ ਨੂੰ ਲੈ ਕੇ ਵੀ ਉਹ ਜਿਹੜੇ ਆ ਉਹ ਮਾਸਕ ਪਾ ਕੇ ਰੱਖਣ। ਕਿਉਂਕਿ ਆਪਾਂ ਦੇਖ ਰਹੇ ਹਾਂ ਵੀ ਜਿਹੜਾ ਡੈਲਟਾ ਵੇਰੀਐਂਟ ਆ ਉਹ ਖਾਸ ਕਰਕੇ ਬੱਚਿਆਂ ਦੇ ਉੱਤੇ ਇਸ ਦਾ ਜ਼ਿਆਦਾ ਭੈੜਾ ਅਸਰ ਜਿਹੜਾ ਆ ਉਹ ਦੇਖਣ ਨੂੰ ਮਿਲ ਰਿਹਾ ਹੈਗਾ ਆ। ਅਤੇ ਸੋ ਇਹ ਹੁਣ ਉਹਨਾਂ ਨੇ ਕੀਤਾ ਹੈ। ਉੱਦਾਂ ਹਾਲ ਦੀ ਘੜੀ ਜਿਹੜਾ ਹਰਜੋਤ ਸਿੰਘ ਜੀ ਦੇਖਿਆ ਜਾਵੇ, ਸਰਕਾਰ ਨੇ ਜਿਹੜੇ ਇਹ ਡਿਸਟ੍ਰਿਕਟਸ ਦੇ ਉੱਤੇ ਜਿਹੜਾ ਸਕੂਲ ਡਿਸਟ੍ਰਿਕਟਸ ਦੇ ਉੱਤੇ ਛੱਡ ਦਿੱਤਾ ਆ ਵੀ ਬੱਚਿਆਂ ਨੂੰ ਉਹਨਾਂ ਨੇ ਮਾਸਕ ਪਵਾਉਣਾ ਆ ਜਾਂ ਨਹੀਂ ਪਾਉਣਾ। ਇਹ ਮੈਂ ਕੈਲੀਫੋਰਨੀਆ ਦੀ ਗੱਲ ਕਰ ਰਿਹਾ, ਬਾਕੀ ਹਰ ਇੱਕ ਸੂਬੇ ਦੀ ਵੱਖੋ ਵੱਖਰੇ ਜਿਹੜੇ ਆ ਉਹ ਜਿਹੜੇ ਫੈਸਲੇ ਹੋ ਸਕਦੇ ਆ ਵੀ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਇਹ ਜਦੋਂ ਹੁਣ ਮੁੜ ਦੁਬਾਰਾ ਸਕੂਲ ਈਅਰ ਸ਼ੁਰੂ ਹੋਣਾ ਹੈ ਵੀ ਉਸ ਦੇ ਵਿੱਚ ਕਿੱਦਾਂ ਇਹਨਾਂ ਨੇ ਕਰਨਾ ਹੈਗਾ ਜੀ। ਅਤੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ ਅਤੇ ਬ੍ਰੇਕ ਤੋਂ ਬਾਅਦ ਹੋਰ ਜਿਹੜੀਆਂ ਖਬਰਾਂ ਆ ਉਹ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ
AM, KOBO Yuba City 1450 AM, KIID Sacramento 1470 AM, KCVR Lodi Stockton 1570 AM। ਪੱਡਾ ਇੰਸ਼ੋਰੈਂਸ ਐਂਡ ਰਜਿਸਟ੍ਰੇਸ਼ਨ ਸਰਵਿਸਿਜ਼ ਇੱਥੇ ਹੋਮ, ਆਟੋ, ਲਾਈਫ ਅਤੇ ਹੈਲਥ ਇੰਸ਼ੋਰੈਂਸ ਕੀਤੀ ਜਾਂਦੀ ਹੈ। ਟਰੱਕਾਂ ਵਾਲਿਆਂ ਵਾਸਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਤੇ ਪਰਮਿਟ ਉਪਲਬਧ ਕਰਵਾਉਂਦੇ ਹਨ। ਤਾਂ ਅੱਜ ਹੀ ਪਰਮਜੀਤ ਸਿੰਘ ਪੱਡਾ ਨੂੰ 9166222822 ਤੇ ਕਾਲ ਕਰੋ। ਇੱਥੇ ਇੰਡੀਵਿਜੂਅਲ ਅਤੇ ਬਿਜ਼ਨਸ ਟੈਕਸ ਫਾਈਲਿੰਗ ਦੇ ਨਾਲ-ਨਾਲ ਨੋਟਰੀ ਦੀਆਂ ਸੇਵਾਵਾਂ ਵੀ ਉਪਲਬਧ ਹਨ। ਐਡਰੈਸ 8620 ਐਂਟੀਲੋਪ ਨਾਰਥ ਰੋਡ, ਸਵੀਟ B, ਐਂਟੀਲੋਪ, ਜਾਂ ਵਿਜ਼ਿਟ paddaiinsurance.com। ਕਾਲ 9166222822 916 622 2822। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ, 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 4082722500। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਅਮਨ, ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, EMPLOYMENT ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਾਈਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ। ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਪੁੱਤਰ ਜੀ, ਪਰਮਾਤਮਾ ਦੀ ਮਿਹਰ ਨਾਲ ਆਪਣੇ ਕੋਲ ਗੈਸ ਸਟੇਸ਼ਨ, ਲੀਕਰ ਸਟੋਰ ਤੇ ਟਰੱਕਿੰਗ ਯਾਰਡ ਨਾਲ ਮਾਰੋ-ਮਾਰ ਹੋਈ ਪਈ ਆ। ਤੇ ਹੁਣ ਅਗਲਾ ਪ੍ਰੋਜੈਕਟ ਕੀ ਹੋ ਸਕਦਾ? ਡੈਡ, ਮੈਂ ਤਾਂ ਬਿਜ਼ਨਸਾਂ ਦੇ ਚੱਕਰ ਲਾ ਕੇ ਥੱਕ ਚੁੱਕਾ। ਹੁਣ ਕੋਈ ਨਵਾਂ ਪ੍ਰੋਜੈਕਟ ਕਰਨ ਨੂੰ ਦਿਲ ਨਹੀਂ ਕਰਦਾ। ਤੂੰ ਦਿਲ ਨਾ ਛੱਡ, ਬਿਜ਼ਨਸਾਂ ਤੇ ਗੇੜੇ ਲਾਉਣ ਦੀ ਬਜਾਏ ਕਾਲ ਕਰ ਵਿਸਤਾ CCTV ਵਾਲੇ ਸੁਖਪਾਲ ਹੋਰਾਂ ਨੂੰ। ਦੇਖਣਾ ਉਹਨਾਂ ਦੀ ਤਜਰਬੇਕਾਰ ਟੀਮ 4K ਟੈਕਨੋਲੋਜੀ ਦੇ ਮਾਡਰਨ ਕੈਮਰੇ ਲਗਾ ਕੇ ਕਮਾਲ ਕਰ ਦੇਣਗੇ। ਤੇ ਨਾਲੇ ਟਰੱਕਿੰਗ ਯਾਰਡ ਵਿੱਚ ਕੈਮਰੇ ਲਗਾਉਣ ਦੇ ਪੂਰੇ ਮਾਹਰ ਨੇ। ਅੱਛਾ ਡੈਡ, ਮੈਂ ਅੱਜ ਹੀ ਕਾਲ ਕਰਦਾ ਵਿਸਤਾ CCTV ਵਾਲਿਆਂ ਨੂੰ ਤੇ ਉਹਨਾਂ ਨੂੰ ਕਹਿਣਾ ਆਪਣੇ ਸਾਰੇ ਬਿਜ਼ਨਸਾਂ ਤੇ 4K ਦੀ ਮਾਡਰਨ ਟੈਕਨੋਲੋਜੀ ਵਾਲੇ ਕੈਮਰੇ ਲਾ ਕੇ ਮੇਰੇ ਚੱਕਰ ਤਾਂ ਕਰਨ ਬੰਦ, ਤਾਂ ਜੋ ਮੈਂ ਨਵੇਂ ਪ੍ਰੋਜੈਕਟ ਦੇ ਬਾਰੇ ਸੋਚਾਂ। ਸੋ ਜੇਕਰ ਤੁਸੀਂ ਘਰ, ਗੈਸ ਸਟੇਸ਼ਨ, ਲੀਕਰ ਸਟੋਰ, ਟਰੱਕਿੰਗ ਯਾਰਡ ਜਾਂ ਕਿਸੇ ਵੀ ਬਿਜ਼ਨਸ ਤੇ ਲੇਟੈਸਟ 4K ਟੈਕਨੋਲੋਜੀ ਦੇ ਕੈਮਰੇ ਲਗਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਸੁਖਪਾਲ ਸਿੰਘ ਹੋਰਾਂ ਨੂੰ। ਇਹਨਾਂ ਦੀ ਕੰਪਨੀ 22 ਸਾਲ ਪੁਰਾਣੀ ਹੈ ਤੇ ਇਹ ਕੈਲੀਫੋਰਨੀਆ ਦੇ ਹਰੇਕ ਏਰੀਆ ਵਿੱਚ ਕੈਮਰਾ ਸਿਸਟਮ ਇੰਸਟਾਲ ਕਰਦੇ ਨੇ। ਤੇ ਇਹਨਾਂ ਦਾ ਫੋਨ ਨੰਬਰ ਹੈ ਜੀ 6615865080 661 586 5080। ਤੇ ਫਿਰ ਸੋਚ ਕੇ ਰਹੇ ਹੋ ਜਨਾਬ, ਹੁਣੇ ਹੀ ਕਾਲ ਕਰ ਲਓ। ਮੈਂ ਕਹਿੰਦਾ ਓ ਕਿਦਾਂ ਲੱਗਾ ਅਮਰੀਕਾ ਬਾਈ, ਲੱਭੀ ਕੋਈ ਨੌਕਰੀ? ਮੈਂ ਤਾਂ ਟਰੱਕ ਚਲਾਉਣ ਬਾਰੇ ਸੋਚ ਰਿਹਾ, ਪਰ ਪਤਾ ਨਹੀਂ ਕਿੱਥੋਂ ਸਿੱਖਾਂ। ਲੈ, ਤੇਰੇ ਏਰੀਆ 'ਚ ਤਾਂ ਯੂਬਾ ਸਟਰ ਟਰੱਕ ਡਰਾਈਵਿੰਗ ਸਕੂਲ ਖੁੱਲ ਚੁੱਕਾ। ਤੂੰ ਆਰਾਮ ਨਾਲ ਉਹਨਾਂ ਦੇ ਜਾ ਤੇ ਲਾਇਸੈਂਸ ਲੈ ਕੇ ਆ ਚੱਕ ਨੰਬਰ 530 324 2070। ਯੂਬਾ ਸਟਰ ਟਰੱਕ ਡਰਾਈਵਿੰਗ ਸਕੂਲ ਯੂਬਾ ਸਿਟੀ ਵਿੱਚ ਟਰੱਕ ਚਲਾਉਣ ਦੀ ਸਿਖਲਾਈ ਦੇ 10 ਸਾਲਾਂ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਹੁਣ ਇਹਨਾਂ ਨੇ ਆਪਣਾ ਟਰੱਕ ਡਰਾਈਵਿੰਗ ਸਕੂਲ ਸੈਕਰਾਮੈਂਟੋ ਵਿੱਚ ਖੋਲ ਦਿੱਤਾ ਹੈ। 4225 ਵੈਸਟ ਕੈਪੀਟਲ ਐਵੇਨਿਊ, ਵੈਸਟ ਸੈਕਰਾਮੈਂਟੋ। ਬਹੁਤ ਹੀ ਵਾਜਿਬ ਕੀਮਤਾਂ ਦੇ ਉੱਤੇ ਬੱਬੂ ਮਾਨਾ ਤੇ ਕਰਨ ਔਜਲਾ ਦੇ ਫੈਨਸ ਦੇ ਲਈ ਫੀਸ ਵਿੱਚੋਂ 10% ਆਫ। ਇਹਨਾਂ ਦੇ ਇੰਸਟ੍ਰਕਟਰਸ ਦੇ ਕੋਲ 20 ਸਾਲ ਦਾ ਤਜਰਬਾ ਹੈ ਤੇ ਸਾਫ਼ ਸੁਥਰੇ ਟਰੱਕਾਂ ਵਿੱਚ ਸਿਖਾਉਂਦੇ ਨੇ। ਲਾਇਸੈਂਸ ਲੈਣ ਤੋਂ ਬਾਅਦ ਚ ਜੌਬ ਪਲੇਸਮੈਂਟ ਦੀ ਗਾਰੰਟੀ। ਹੋਰ ਜਾਣਕਾਰੀ ਲਈ ਕਾਲ ਅਨਿਲ 5303242070 530 324 2070 ਜਾਂ 650 338 9972 650 338 9972। ਯੂਬਾ ਸਟਰ ਟਰੱਕ ਡਰਾਈਵਿੰਗ ਸਕੂਲ। ਪਹਿਲਾਂ ਮਹਾਮਾਰੀ ਦਾ ਅੰਤ ਬਹੁਤ ਦੂਰ ਲੱਗਦਾ ਸੀ, ਜਿਵੇਂ ਪਹੁੰਚ ਤੋਂ ਬਾਹਰ, ਪਰ ਸਾਡੇ ਯਤਨਾਂ ਦਾ ਫਲ ਮਿਲਿਆ ਕਿਉਂਕਿ ਅਸੀਂ ਇਕੱਠੇ ਕੰਮ ਕੀਤਾ। ਤੇ ਜਦੋਂ ਅਸੀਂ ਇਕੱਠੇ ਕੰਮ ਕਰਦੇ ਹਾਂ, ਉੱਥੇ ਕੁਝ ਕਰਨ ਦੀ ਕੋਈ ਸੀਮਾ ਨਹੀਂ ਹੁੰਦੀ ਜੋ ਅਸੀਂ ਕਰ ਸਕਦੇ ਹਾਂ। ਤਾਂ ਆਓ ਇਸ ਨੂੰ ਜਾਰੀ ਰੱਖੀਏ। ਟੀਕਾਕਰਨ ਕਰਵਾਓ ਤੇ ਇੱਕ ਮਾਸਕ ਪਹਿਨੋ ਜਦੋਂ ਇਹ ਤੁਹਾਡੀ ਤੇ ਦੂਜਿਆਂ ਦੀ ਰੱਖਿਆ ਕਰ ਸਕਦਾ ਹੈ। ਤੁਹਾਡੀਆਂ ਕਾਰਵਾਈਆਂ ਜਾਨਾਂ ਬਚਾਉਂਦੀ ਹੈ। ਹੋਰ ਜਾਣਨ ਲਈ covid19.ca.gov ਤੇ ਜਾਓ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto, KOBO Yuba City 1450 AM, KIID Sacramento 1470 AM, KWRU Fresno 1300 AM,
KLHC, Bakersfield, 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੇ ਕਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਹਰਜੋਤ ਸਿੰਘ ਜੀ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਤੇ ਹਰਜੋਤ ਸਿੰਘ ਜੀ, ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਵੱਲ ਵਧਣ ਤੋਂ ਪਹਿਲਾਂ ਆਪਾਂ ਜਿਹੜਾ ਉਹ ਦੱਸਦੇ ਜਾਈਏ, ਪੰਜਾਬੀ ਰੇਡੀਓ USA ਅਤੇ ਪੰਜਾਬੀ ਕਲਚਰਲ ਸੈਂਟਰ ਦੇ ਦੁਆਰਾ ਜਿਹੜਾ ਆ ਰਹੀ 26 ਜੁਲਾਈ ਤੋਂ ਲੈ ਕੇ 31 ਜੁਲਾਈ ਤੱਕ ਲਾਸਟ ਵੀਕਐਂਡ ਜਿਹੜਾ ਜੁਲਾਈ ਦਾ ਆ, ਉਸ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਬਹੁਤ ਹੀ ਪ੍ਰਸਿੱਧ ਅਤੇ ਬਹੁਤ ਹੀ ਸੋਹਣੀਆਂ 18ਵੀਂ ਸਦੀ ਦੇ ਜਿਹੜੀ ਸਿੱਖ ਇਤਿਹਾਸ, ਸਿੱਖ ਸੱਭਿਆਚਾਰ, ਪੰਜਾਬੀ ਸੱਭਿਆਚਾਰ, ਸਿੱਖ ਵਿਰਸੇ ਦੇ ਨਾਲ ਪੇਂਟਿੰਗਸ ਬਣਾਉਣ ਵਾਲੇ ਜਿਹੜੇ ਪੇਂਟਰ ਹੈਗੇ ਨੇ, ਆਰਟਿਸਟ ਪਰਮ ਸਿੰਘ, ਉਹਨਾਂ ਦੀਆਂ ਜਿਹੜੀਆਂ ਕਲਾਕ੍ਰਿਤਾਂ ਆ, ਉਹਨਾਂ ਦੀ ਜਿਹੜੀ ਐਗਜ਼ੀਬਿਸ਼ਨ ਨੁਮਾਇਸ਼ ਜਿਹੜੀ ਉਹ ਵੀ ਲੱਗੇਗੀ, ਅਤੇ ਨਾਲ ਬੱਚਿਆਂ ਦੇ ਲਈ 8 ਤੋਂ 18 ਸਾਲ ਦੀ ਉਮਰ ਦੇ ਜਿਹੜਾ ਉਹ ਬੱਚਿਆਂ ਦੇ ਲਈ ਆਰਟ ਕੈਂਪ ਵੀ ਜਿਹੜਾ ਉਹ ਲਗਾਇਆ ਜਾ ਰਿਹਾ ਹੈਗਾ ਆ। ਸੋ ਆਪ ਸਭ ਨੂੰ ਆਪਾਂ ਜਿਹੜੀ ਉਹ ਬੇਨਤੀ ਹੈਗੀ ਆ ਵੀ ਵੱਧ ਤੋਂ ਵੱਧ ਜਿਹੜੇ ਆਪਣੇ ਜਿਹੜੇ ਬੱਚੇ ਆ ਤੁਹਾਡੇ ਹੈਗੇ ਆ, ਜਿਹੜੇ 8 ਤੋਂ 18 ਸਾਲ ਦੇ ਦਰਮਿਆਨ ਹੈਗੇ ਆ, ਉਹਨਾਂ ਨੂੰ ਇਸ ਆਰਟ ਕੈਂਪ ਦੇ ਵਿੱਚ ਰਜਿਸਟਰ ਕਰੋ। ਅਤੇ ਖੁਦ ਜਦੋਂ ਇਹ ਐਗਜ਼ੀਬਿਸ਼ਨ ਲੱਗਣੀ ਆ, ਇਹ ਫਰੈਜ਼ਨੋ ਦੇ ਵਿੱਚ ਜਿਹੜਾ ਪੰਜਾਬੀ ਰੇਡੀਓ USA ਦਾ ਸਟੂਡੀਓ ਹੈਗਾ ਆ, 2125 ਨਾਰਥ ਬਾਰਟਨ ਐਵੀਨਿਊ ਫਰੈਜ਼ਨੋ, ਉੱਥੇ ਜਿਹੜੀ ਐਗਜ਼ੀਬਿਸ਼ਨ ਆ ਉਹ ਲੱਗਣੀ ਆ, ਅਤੇ ਉੱਥੇ ਹੀ ਇਹ ਜਿਹੜਾ ਕੈਂਪ ਆ ਉਹ ਬੱਚਿਆਂ ਦਾ ਆਰਟ ਕੈਂਪ ਲੱਗਣਾ ਆ। ਦੇਖੋ ਸਮਰਸ ਦੇ ਵਿੱਚ ਵੈਸੇ ਵੀ ਬਹੁਤ ਸਾਰੇ ਕੈਂਪ ਲੱਗਦੇ ਰਹਿੰਦੇ ਆ, ਹਰ ਸਾਲ ਲੱਗਦੇ ਆ। ਪਿਛਲੇ ਸਾਲ ਕੋਵਿਡ ਕਰਕੇ ਕਾਫੀ ਜਿਹੜਾ ਆ ਉਹ ਥੱਲੇ ਰਿਹਾ, ਅਤੇ ਜਿਹੜੇ ਬੱਚੇ ਆਲਰੇਡੀ ਵੈਕਸੀਨੇਟ ਹੋ ਚੁੱਕੇ ਆ, ਉਹ ਸਾਰੀਆਂ ਚੀਜ਼ਾਂ ਦਾ ਵਿਸ਼ੇਸ਼ ਧਿਆਨ ਜਿਹੜਾ ਆ ਉੱਥੇ ਰੱਖਿਆ ਜਾਵੇਗਾ। ਅਤੇ ਮਾਸਕ ਵਗੈਰਾ ਪਹਿਨ ਕੇ ਉਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਮੱਦੇਨਜ਼ਰ ਰੱਖਦੇ ਹੋਏ, ਜਿਸ ਤਰੀਕੇ ਦੇ ਨਾਲ ਵੀ ਬੱਚੇ ਜਿਹੜੇ ਆ ਪੇਰੈਂਟਸ ਆ ਉਹ ਸੇਫਟੀ ਮਹਿਸੂਸ ਕਰਦੇ, ਉਸ ਹਿਸਾਬ ਦਾ ਧਿਆਨ ਰੱਖ ਕੇ ਇਹ ਜਿਹੜਾ ਆਰਟ ਕੈਂਪ ਆ ਉਹ ਲਗਾਇਆ ਜਾਵੇਗਾ। ਅਤੇ ਪਰਮ ਸਿੰਘ ਜਿਹੜੇ ਪੇਂਟਰ ਆ ਉਹ ਜਿਹੜੇ ਆ ਇਸ ਦੇ ਵਿੱਚ ਬੱਚਿਆਂ ਨੂੰ ਸਿਖਲਾਈ ਦੇਣਗੇ 8 ਤੋਂ 18 ਸਾਲ ਦੇ ਵਿੱਚ। ਸੋ ਇਹ 5 ਰੋਜ਼ਾ ਜਿਹੜਾ ਹੈ ਇਹ ਆਰਟ ਕੈਂਪ ਆ 16 ਤੋਂ 31 ਤੱਕ ਜਿਹੜਾ ਉਹ ਲੱਗੇਗਾ। ਅਤੇ ਜੇ ਤੁਸੀਂ ਆਪਣੇ ਬੱਚਿਆਂ ਨੂੰ ਰਜਿਸਟਰ ਕਰਵਾਉਣਾ ਚਾਹੁੰਦੇ ਹੋ, ਸੀਟਾਂ ਲਿਮਿਟਡ ਨੇ, ਅਤੇ ਜਲਦ ਤੋਂ ਜਲਦ ਆਪਣੇ ਜਿਹੜੇ ਬੱਚੇ ਆ ਉਹਨਾਂ ਨੂੰ ਤੁਸੀਂ ਰਜਿਸਟਰ ਕਰਵਾਓ, ਅਤੇ ਤਾਂ ਜੋ ਤੁਹਾਡੀ ਜਿਹੜੀ ਆ ਉੱਥੇ ਸੀਟ ਆ ਉਹ ਬੁੱਕ ਹੋ ਸਕੇ ਇਸ ਕੈਂਪ ਦੇ ਵਿੱਚ, ਅਤੇ ਉਹ ਕੁਛ ਵਧੀਆ ਸਿਖਲਾਈ ਆਰਟ ਦੇ ਬਾਰੇ ਅਤੇ ਨਾਲ ਦੇ ਨਾਲ ਪੰਜਾਬੀ ਸਿੱਖ ਵਿਰਸੇ ਦੀਆਂ ਜਿਹੜੀਆਂ ਕਲਾਕ੍ਰਿਤਾਂ ਆ, ਪੇਂਟਿੰਗਸ ਆ ਉਹ ਬਣਾਈ ਦੀਆਂ, ਉਸ ਦੇ ਬਾਰੇ ਜਿਹੜੀ ਉਹ ਵਧੀਆ ਸਿਖਲਾਈ ਜਿਹੜੀ ਉਹ ਲੈ ਸਕਣ। ਸੋ ਬਿਲਕੁਲ, ਕਿਉਂਕਿ ਪਹਿਲਾਂ ਨਾਮ ਲਿਖਾਓ ਤਾਂ ਕਿ ਅਸੀਂ ਗਰੁੱਪ 10-10 ਬੱਚਿਆਂ ਦੇ ਬਣਾ ਸਕੀਏ, ਕਿਉਂਕਿ ਉੱਥੇ ਰਸ਼ ਨਾ ਹੋਵੇ ਵੱਖ-ਵੱਖ ਟਾਈਮ ਦੇ ਉੱਤੇ। ਅਤੇ ਜਿਹੜਾ ਇਹ ਆਪਾਂ ਆਰਟ ਐਗਜ਼ੀਬਿਸ਼ਨ ਵੀ ਲੱਗਣੀ ਆ, ਇਹ 5 ਦਿਨ 6 ਦਿਨ, ਅਤੇ ਸਵੇਰ ਦੇ 9 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਜਿਹੜੀਆਂ ਸਿੱਖ ਇਤਿਹਾਸ ਦੇ ਨਾਲ 18ਵੀਂ ਸਦੀ ਦਾ ਅਤੇ ਪੁਰਾਣਾ ਜਿਹੜਾ ਕਲਚਰ ਆਪਣਾ, ਉਹ ਬਹੁਤ ਹੀ ਵਧੀਆ ਜਿਹੜੀਆਂ ਪੇਂਟਿੰਗਸ ਆ ਉਹ ਬਣਾਉਂਦਾ ਪੰਜਾਬ ਆਰਟ ਗੈਲਰੀ ਵਾਲੇ ਹੈਗੇ ਆ ਪਰਮ ਸਿੰਘ। ਸਰੋਤਿਆਂ ਨੂੰ ਯਾਦ ਹੋਊਗਾ 2 ਸਾਲ ਪਹਿਲਾਂ ਆਪਾਂ ਜਿਹੜੇ ਆਰਟਿਸਟ ਹੈਗੇ ਆ ਜਰਨੈਲ ਸਿੰਘ, ਉਹਨਾਂ ਦਾ ਕੈਂਪ ਲਾਇਆ ਸੀ, ਬਹੁਤ ਵੱਡਾ ਹੰਗਾਰਾ ਉਸ ਟਾਈਮ 'ਤੇ ਮਿਲਿਆ ਸੀ। ਸੋ ਜਿੰਨੇ ਵੀ ਸਰੋਤੇ ਸਾਡੇ ਫ੍ਰਿਜ਼ਨੋ ਏਰੀਏ 'ਚ ਰਹਿੰਦੇ ਆ, ਪਰ ਇਹ ਬੇਕਰਸਫੀਲਡ ਤੋਂ ਲੈ ਕੇ ਮੋਡੈਸਟੋ ਤੱਕ, ਸਟਾਕਟਨ, ਦੂਰੋਂ ਪਰਿਵਾਰਾਂ ਸਮੇਤ ਜ਼ਰੂਰ ਤੁਸੀਂ ਜਿਹੜਾ ਦੇਖਣ ਆਓ ਵੀ ਆਰਟ ਹੁੰਦਾ ਕੀ ਆ। ਫਿਰ ਆਪਾਂ ਕਈ ਵਾਰੀ ਨੈਗੇਟਿਵ ਚੀਜ਼ਾਂ ਸੋਚਦੇ ਰਹਿੰਦੇ ਹਾਂ, ਜਦੋਂ ਪੋਜ਼ੀਟਿਵ ਚੀਜ਼ ਆ ਉਹ ਜ਼ਰੂਰ ਜਾ ਕੇ ਦੇਖੋ, ਉਹਦੀ ਕੋਈ ਫੀਸ ਨਹੀਂ, ਜਿਹੜਾ ਆਰਟ ਗੈਲਰੀ ਹੈਗੀ ਆ। ਸੋ ਬਹੁਤ ਹੀ ਵਧੀਆ ਜਿਹੜੀਆਂ ਪੇਂਟਿੰਗਸ ਬਣਾਈਆਂ ਆ ਕੇ ਤੁਸੀਂ ਦੇਖ ਸਕਦੇ ਹੈਗੇ। ਬਿਲਕੁਲ ਜੀ, ਬਾਏ ਵੀ ਕਰ ਸਕਦੇ ਹੋ, ਉਹਨਾਂ ਨੇ ਉਹ ਵੀ ਚੀਜ਼ ਜਿਹੜੀ ਉਹ ਰੱਖਣੀ ਹੈਗੀ ਆ। ਅਤੇ ਪਰ ਇਹ ਆ ਵੀ ਆਰਟ ਕੈਂਪ ਦੇ ਉੱਤੇ ਜਿਹੜਾ ਉਹ ਤੁਸੀਂ ਜ਼ਰੂਰ ਆਪਣੇ ਬੱਚਿਆਂ ਨੂੰ ਕਰੋ। ਜਿਹੜੇ ਵੀ ਬੱਚੇ ਆਰਟ ਵੱਲ ਨੂੰ ਸੰਜੀਦਾ ਹੈਗੇ ਨੇ, ਉਹ ਇਸ ਦੇ ਵਿੱਚ ਸਿੱਖਣਾ ਚਾਹੁੰਦੇ ਨੇ, ਬਰੱਸ਼ ਸਟਰੋਕਸ ਕਿੱਦਾਂ ਬਣਾਉਣੇ ਆ, ਰੁੱਖ ਕਿੱਦਾਂ ਬਣਾਈਦਾ ਆ, ਜਿਹੜੀਆਂ ਕਿੱਦਾਂ ਮੂੰਹ ਚਿਹਰੇ ਜਿਹੜੇ ਉਹ ਕਿੱਦਾਂ ਬਣਾਈਦੇ ਆ। ਸੋ ਜਿਨ੍ਹਾਂ ਦਾ ਵੀ ਰੁਝਾਨ ਆਰਟ ਦੇ ਵਿੱਚ ਹੈਗਾ ਆ, ਪੇਂਟਿੰਗਸ ਦੇ ਵਿੱਚ ਹੈਗਾ, ਡਰਾਇੰਗ ਦੇ ਵਿੱਚ ਇਸ ਤਰੀਕੇ ਨਾਲ ਹੈਗਾ ਆ, ਉਹ ਆਪਣੇ ਬੱਚਿਆਂ ਨੂੰ ਉਤਸ਼ਾਹਿਤ ਕਰੋ। 8 ਤੋਂ 18 ਸਾਲ ਇਸ ਦੇ ਵਿੱਚ ਜਿਹੜੀ ਉਮਰ ਦੇ ਬੱਚਿਆਂ ਦੇ ਜਿਹੜੇ ਆ ਉਹ ਕੈਂਪ ਉਹ ਲੱਗਣਾ ਹੈਗਾ ਆ। ਸੋ ਅੱਜ ਹੀ ਜਿਹੜਾ ਉਹ ਆਪਣਾ ਤੁਸੀਂ ਨਾਮ ਲਿਖਵਾ ਸਕਦੇ ਆ। ਪੰਜਾਬੀ ਰੇਡੀਓ USA ਦੇ ਸਟੂਡੀਓ 'ਚ ਕਾਲ ਕਰਕੇ ਤੁਸੀਂ ਜਿਹੜਾ ਹੈ ਉਹ ਆਪਣਾ ਨਾਮ ਲਿਖਵਾ ਸਕਦੇ ਆ 408-272-5200 ਦੇ ਉੱਤੇ, ਜਾਂ 408-722-7698 ਦੇ ਉੱਤੇ ਵੀ ਜਿਹੜਾ ਤੁਸੀਂ ਕਾਲ ਕਰਕੇ ਆਪਣੇ ਬੱਚਿਆਂ ਨੂੰ ਜਿਹੜਾ ਉਹ ਰਜਿਸਟਰ ਕਰਵਾ ਲਓ। ਲਿਮਿਟਡ ਸੀਟਸ ਹੈਗੇ ਨੇ, ਸੀਟਾਂ ਜਲਦੀ ਭਰ ਰਹੀਆਂ ਨੇ, ਤਾਂ ਜੋ ਜਲਦੀ ਤੋਂ ਜਲਦੀ ਆਪਣੇ ਜਿਹੜੇ ਬੱਚੇ ਨੂੰ, ਚਾਹੇ ਲੜਕਾ ਹੈ ਅਤੇ ਚਾਹੇ ਲੜਕੀ ਆ,
ਤੇ ਉਸ ਦੇ ਲਈ ਤੁਸੀਂ ਜਿਹੜਾ ਆ ਉਹ ਆਪਣੇ ਕੈਂਪ ਦੇ ਵਿੱਚ ਉਸ ਦਾ ਨਾਮ ਜਿਹੜਾ ਉਹ ਲਿਖਵਾਓ। ਇਹ 26 ਤੋਂ ਲੈ ਕੇ 31 ਤਰੀਕ ਤੱਕ ਹੈਗਾ ਆ। ਸੋ 26 ਨੂੰ ਸ਼ੁਰੂਆਤ ਹੋਣੀ ਆ, 31 ਨੂੰ ਜਿਹੜਾ ਉਹ ਐਂਡ ਹੈਗਾ ਆ। ਸੋ ਜਿਹੜਾ ਆ ਸੋ ਤੁਸੀਂ ਇਹ ਜਿਹੜਾ 6 ਰੋਜ਼ਾ ਇਸ ਦੇ ਵਿੱਚ ਐਗਜ਼ੀਬਿਸ਼ਨ ਐਂਡ ਕੈਂਪ ਆ, ਇਸ ਦੇ ਵਿੱਚ ਆਪਣਾ ਜਿਹੜਾ ਉਹ ਨਾਮ ਲਿਖਵਾਓ। 408 272 5200 ਦੇ ਉੱਤੇ ਜਿਹੜਾ ਉਹ ਕਾਲ ਕਰਕੇ ਤੇ ਐਗਜ਼ੀਬਿਸ਼ਨਸ ਨੂੰ ਜਿਹੜਾ ਉਹ ਜ਼ਰੂਰ ਦੇਖੋ। ਇਹ ਫਰੈਜ਼ਨੋ ਦੇ ਵਿੱਚ ਜਿਹੜਾ ਉਹ ਲੱਗ ਰਿਹਾ। ਜੇ ਤੁਹਾਡੇ ਕੋਲ ਉੱਥੇ ਰਹਿਣ ਦਾ ਪ੍ਰਬੰਧ ਹੈਗਾ ਆ, ਕਿਸੇ ਦੇ ਬੱਚਿਆਂ ਦੇ ਕੋਲ ਫਰੈਜ਼ਨੋ ਆ ਕੇ ਜਿਹੜੇ ਉਹ ਰਹਿ ਸਕਦੇ ਆ ਹਫ਼ਤਾ, ਜੇ ਉਹ ਦੂਰੋਂ ਆ ਕੇ ਵੀ ਉਹ ਕੈਂਪ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਆ ਤਾਂ ਉਹ ਜਿਹੜਾ ਉਹ ਜ਼ਰੂਰ ਤੁਸੀਂ ਉੱਥੇ ਕੈਂਪ ਦੇ ਵਿੱਚ ਜਿਹੜਾ ਉਹ ਹਿੱਸਾ ਲਓ। ਮੌਕਾ ਜਿਹੜਾ ਬਹੁਤ ਘੱਟ ਮਿਲਦਾ ਹੈ ਵੀ ਤੁਹਾਨੂੰ ਇੱਕ ਚੰਗੇ ਪੇਂਟਰ ਦੇ ਕੋਲੋਂ ਜਿਹੜਾ ਉਹ ਸਿੱਖਣ ਦਾ ਜਿਹੜਾ ਉਹ ਮੌਕਾ ਮਿਲੇ। ਤੇ ਖਾਸ ਕਰਕੇ ਆਪਣੇ ਜਿਹੜੇ ਪੰਜਾਬੀ ਸੱਭਿਆਚਾਰ ਤੇ ਜਿਹੜੇ ਸਿੱਖ ਵਿਰਸੇ ਆ ਉਸ ਦੇ ਨਾਲ ਸੰਬੰਧਿਤ ਜਿਹੜੀਆਂ ਆ ਉਹ ਪੇਂਟਿੰਗਸ ਜਿਹੜੀਆਂ ਆ, ਇਸ ਦੇ ਵਿੱਚ ਕੋਈ ਗੁਰੂ ਸਾਹਿਬ ਦੀ ਜਾਂ ਇਹਨਾਂ ਦੀ ਨਹੀਂ ਆ, ਆਮ ਜਿਹੜੇ ਸਿੱਖਾਂ ਦੀ ਜਿਹੜੀ ਆ ਪੇਂਟਿੰਗਸ ਆ, ਆਮ ਜਿਹੜੇ ਪੰਜਾਬੀ ਜਿਹੜੇ ਕਰੈਕਟਰਸ ਹੈਗੇ ਆ ਉਹਨਾਂ ਦੀ ਜਿਹੜੀ ਇਸ ਦੇ ਵਿੱਚ ਪੇਂਟਿੰਗ ਆ ਉਸ ਦੀ ਸਿਖਲਾਈ ਜਿਹੜੀ ਆ ਉਹ ਦਿੱਤੀ ਜਾਣੀ ਹੈਗੀ ਆ। ਉਹ ਤੁਹਾਨੂੰ ਦੇਖਣ ਨੂੰ ਮਿਲੂਗਾ। ਤੇ ਬਾਕੀ ਇਕੱਲੀ ਉਸ ਦੀ ਸਿਖਲਾਈ ਨਹੀਂ, ਸਿਖਲਾਈ ਮਤਲਬ ਆਰਟ ਦੀ, ਬੇਸਿਕ ਆਰਟ ਤੋਂ, ਕਿਉਂਕਿ ਛੋਟੇ ਬੱਚਿਆਂ ਦੇ ਨਾਲ ਆਪਾਂ ਕਰ ਰਹੇ ਹਾਂ। ਸੋ ਆਰਟ ਦੀ ਬੇਸਿਕ ਜਿਹੜੀ ਤੁਹਾਨੂੰ ਸਿਖਲਾਈ ਆ ਉਸ ਦੇ ਵਿੱਚ ਦਿੱਤੀ ਜਾਵੇਗੀ ਤਾਂ ਜੋ ਉਸ ਦੇ ਉੱਤੇ ਤੁਸੀਂ ਬਿਲਡ ਅਪ ਅੱਗੇ ਕਰ ਸਕੋ। ਜੀ ਬਿਲਕੁਲ। ਹਜੇ ਛੁੱਟੀਆਂ ਨਿਆਣਿਆਂ ਨੂੰ, ਲਾਸਟ ਵੀਕਐਂਡ ਜਿਹੜਾ ਜੁਲਾਈ ਦਾ ਹੈਗਾ, ਤੇ ਜ਼ਰੂਰ ਨਾਲੇ ਬੱਚਿਆਂ ਦਾ ਧਿਆਨ ਵਧੀਆ ਤਰੀਕੇ ਵੱਲ ਜਾਂਦਾ ਹੈ। ਤੇ ਬਿਲਕੁਲ ਉਤਸ਼ਾਹਿਤ ਕਰੋ ਸਾਰਿਆਂ ਨੂੰ, ਤੇ ਆਪ ਵੀ ਪਰਿਵਾਰਾਂ ਸਮੇਤ ਉਹ ਪਿਕਚਰਸ ਦੇਖਣ ਆਓ। ਪਹਿਲੀ ਵਾਰੀ ਇੱਦਾਂ ਦੀਆਂ ਪਿਕਚਰਸ ਆ, ਬਹੁਤ ਘੱਟ ਤੁਸੀਂ ਪਿਕਚਰਸ ਉਹ ਜਿਹੜੀਆਂ ਆਰਟਸ ਆ, ਪੇਂਟਿੰਗਸ ਉਹ ਦੇਖੀਆਂ ਹੋਣਗੀਆਂ ਜੀ। ਤੇ ਅੱਗੇ ਆਪਾਂ ਕੁਝ ਕੁ ਖਬਰਾਂ ਸਾਂਝੀਆਂ ਕਰਦੇ ਜਾਈਏ। ਇੱਕ ਬਹੁਤ ਹੀ ਜਿਹੜੀ ਮਾੜੀ ਖਬਰ ਫਰਿਜ਼ਨੋ ਤੋਂ ਆ ਰਹੀ ਆ। ਫਰਿਜ਼ਨੋ 'ਚ ਹੀ ਆਪਣਾ ਇੱਕ ਨੌਜਵਾਨ ਬੱਚਾ ਜਿਹੜਾ ਆ, ਟਰੱਕ ਡਰਾਈਵਰ ਸੀ, ਉਹਦੀ ਜਿਹੜੀ ਆ ਐਕਸੀਡੈਂਟ ਦੇ ਵਿੱਚ ਨਿਊ ਮੈਕਸੀਕੋ ਸਟੇਟ ਜਿਹੜਾ ਫਰੀਵੇ 40 ਹੈਗਾ ਤੇ ਉੱਥੇ ਮੌਤ ਹੋ ਗਈ ਹੈਗੀ ਆ। ਸੋ ਕਹਿੰਦੇ 4 ਸਾਲ ਪਹਿਲਾਂ ਹੀ ਆਇਆ ਸੀ, ਤੇ ਪਹਿਲਾਂ ਨਿਊ ਜਰਸੀ ਦੇ ਵਿੱਚ ਸੀ, ਉੱਥੇ ਗੈਸ ਸਟੇਸ਼ਨ 'ਤੇ ਕੰਮ ਕਰਦਾ, ਫਿਰ ਇੱਧਰ ਆ ਗਿਆ। ਸੋ ਉਹਦੇ ਸੰਬੰਧ ਦੇ ਵਿੱਚ ਉਹਦੇ ਕਈ ਜਿਹੜੇ ਫਰੈਂਡ ਆ ਉਹ ਗੋਫੰਡਮੀ ਵਗੈਰਾ ਉਹਨਾਂ ਨੇ ਸ਼ੁਰੂ ਕੀਤਾ ਆ, ਉਹਦੀ ਸਪੋਰਟ ਕਰ ਰਹੇ ਹੈਗੇ। ਬਹੁਤ ਮਾੜੀ ਖਬਰ ਆਈ ਆ। ਇੱਕ ਹੁਣੇ ਜਿਹੜੀ ਲੇਟੈਸਟ ਖਬਰ ਕੈਨੇਡਾ ਤੋਂ ਆ ਰਹੀ ਆ। ਹਾਈਵੇ 405 ਉੱਥੇ ਕੈਨੇਡਾ ਦੇ ਵਿੱਚ ਬਹੁਤ ਟੋਰਾਂਟੋ ਵਾਲੀ ਸਾਈਡ 'ਤੇ ਮਸ਼ਹੂਰ ਹਾਈਵੇ ਹੈਗਾ। ਇੱਕ ਟਰੱਕ ਡਰਾਈਵਰ ਆਪਣੇ ਟਰੱਕ ਦੇ ਵਿੱਚ ਸੁੱਤਾ ਹੋਇਆ ਸੀ ਤੇ ਪਿੱਛੋਂ ਐਕਸੀਡੈਂਟ ਹੋਇਆ। ਹੁਣ ਇਹ ਨਹੀਂ ਪਤਾ ਵੀ ਕਾਰ ਦਾ ਹੋਇਆ ਜਾਂ ਟਰੱਕ ਦਾ ਹੋਇਆ, ਤੇ 2 ਜਾਣਿਆਂ ਦੀ ਕਹਿੰਦੇ ਮੌਤ ਹੋ ਗਈ ਆ, ਤੇ ਇੱਕ ਬੱਚਾ ਵੀ ਜਿਹੜਾ ਆ ਬਹੁਤ ਬੁਰੀ ਤਰ੍ਹਾਂ ਜਿਹੜਾ ਫੱਟੜ ਹੋਇਆ ਹੈਗਾ ਆ ਜੀ। ਇਹ WV 401 ਰੈਂਪ ਜਿਹੜਾ ਹੈਗਾ ਨਿਊ ਕੈਸਲ ਔਨ ਰੂਟ, ਇੱਥੇ ਇਹ ਅੱਜ ਸਵੇਰੇ 7 ਵਜੇ ਐਕਸੀਡੈਂਟ ਹੋਇਆ ਹੈਗਾ ਜੀ। ਇੱਕ ਹੋਰ ਜਿਹੜਾ ਹਰਜੋਤ ਸਿੰਘ ਜੀ ਐਕਸੀਡੈਂਟ ਪਾਕਿਸਤਾਨ ਦੇ ਵਿੱਚ ਆਇਆ। ਇੱਕ ਬੱਸ ਜਿਹੜੀ ਦੁਰਘਟਨਾਗ੍ਰਸਤ ਜਿਹੜੀ ਹੋਈ ਆ, ਕਹਿੰਦੇ ਵੀ ਉਸ ਦੇ ਕਰਕੇ 33 ਲੋਕ ਜਿਹੜੇ ਉਹ ਮਰ ਗਏ ਨੇ ਤੇ 40 ਲੋਕ ਜਿਹੜੇ ਉਹ ਜ਼ਖਮੀ ਹੋਏ ਨੇ। ਮੁਲਤਾਨ ਦੇ ਨਜ਼ਦੀਕ ਕਹਿੰਦੇ ਆ ਵੀ ਇਹ ਦੁਰਘਟਨਾ ਜਿਹੜੀ ਇਹ ਵਾਪਰੀ ਆ। ਸਿਆਲਕੋਟ ਤੋਂ ਜਿਹੜੀ ਕਹਿੰਦੇ ਵੀ ਇਹ ਬੱਸ ਤੁਰੀ ਸੀਗੀ, ਇਹ ਪੰਜਾਬ ਦਾ ਹੀ ਜਿਹੜਾ ਉੱਥੇ ਦਾ ਇਹ ਇਲਾਕਾ ਹੈਗਾ ਆ, ਉਸ ਦੇ ਵਿੱਚ ਇਹ ਘਟਨਾ ਜਿਹੜੀ ਹੈ ਦੁਰਘਟਨਾ ਜਿਹੜੀ ਇਹ ਵਾਪਰੀ ਹੈਗੀ ਆ। ਜਿਹੜੇ ਉਸ ਦੇ ਵਿੱਚੋਂ ਜਿਹੜੇ ਜ਼ਖਮੀ ਹੋਏ ਆ ਉਹਨਾਂ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਜਿਹੜਾ ਉਹ ਰੱਖਿਆ ਗਿਆ ਹੈਗਾ ਆ। ਤੇ ਅਗਲੀ ਜਿਹੜੀ ਜੀ ਹਰਜੋਤ ਸਿੰਘ ਬਿਲਕੁਲ ਉਹ ਦੇਖੋ, ਆਪਾਂ ਜਿੰਨੇ ਵੀ ਸਿੱਖ ਹੈਗੇ ਆ, ਪੰਜਾਬੀ ਆ, ਕਰੋਨਾ ਵਾਇਰਸ ਦੇ ਦੌਰਾਨ ਪੂਰੀ ਦੁਨੀਆ ਦੇ ਵਿੱਚ ਜਿਹਦੀ ਵੀ ਹਿੰਮਤ ਹੋ ਸਕੀ ਉਹਨੇ ਵੱਧ ਚੜ੍ਹ ਕੇ ਜਿਹੜਾ ਆ ਹਿੱਸਾ ਲਿਆ। ਗੁਰੂ ਘਰਾਂ ਨੇ, ਮੈਂ ਕਿਉਂਕਿ ਸਾਡਾ ਮੇਨ ਸਟੂਡੀਓ ਬੇ ਏਰੀਏ ਦੇ ਵਿੱਚ ਆ, 2 ਮੇਨ ਗੁਰੂ ਘਰ ਫਰੀਮਾਉਂਟ ਤੇ ਸੈਨੋਜ਼ੇ, 28 ਤੋਂ ਲੈ ਕੇ 30,000 ਲੋਕਾਂ ਨੇ ਵੈਕਸੀਨੇਟਡ ਹੋਏ ਸੀ, ਟੀਕਾ ਲਵਾਇਆ ਸੀ। ਜਿਹੜੇ ਵੀ ਲੋਕ ਟੀਕਾ ਲਵਾਉਣ ਜਾਂਦੇ ਸੀ ਉਹਨਾਂ ਨੂੰ ਚਾਹ ਪਾਣੀ ਲੰਗਰ ਸਾਰਾ ਕੁਝ ਇੰਨਾ ਐਪਰੀਸ਼ੀਏਟ ਉਹਨੇ ਕੀਤਾ। ਤੇ 90% ਨੌਨ ਸਿੱਖ ਸੀਗੇ ਜਿਹੜੇ ਉੱਥੇ ਜਾਂਦੇ ਸੀ। ਤੇ ਕਈ ਵਾਰ ਕੀ ਹੁੰਦਾ ਵੀ ਆਪਾਂ ਇੰਨੀ ਜ਼ੋਰ ਲਾ ਕੇ ਇੰਨੀ ਸੇਵਾ ਕਰਦੇ ਹਾਂ, ਮੇਨ ਮੀਡੀਆ ਜਿਹੜਾ ਇੱਥੇ ਦਾ ਉਹ ਨਹੀਂ ਉਹਨੂੰ ਕਵਰ ਕਰਦਾ, ਪਰ ਜਦੋਂ ਇੱਕ ਅਸੀਂ ਨਿਕੰਮੀ ਹਰਕਤ ਕਰਦੇ ਹਾਂ ਉਹਦੇ ਨਾਲ ਪੂਰੀ ਦੀ ਪੂਰੀ ਜਿਹੜੀ ਕੌਮ ਆ ਆਪਣੀ ਉਹ ਬਦਨਾਮ ਹੁੰਦੀ ਆ। ਹੁਣ ਅੱਜ ਦਾ ਕੱਲ੍ਹ ਦਾ ਤੁਸੀਂ ਮੇਨ ਸਟਰੀਟ ਜਿਹੜਾ ਮੀਡੀਆ ਦੇਖ ਲਓ, ਚਾਹੇ ਕੋਈ TV ਸਟੇਸ਼ਨ ਦੇਖ ਲਓ, ਕੈਲੀਫੋਰਨੀਆ ਦੇ ਵਿੱਚ ਮੇਜਰ ਨਿਊਜ਼ਪੇਪਰ ਦੇਖ ਲਓ, ਕੁਛ ਕੁ ਪੰਜਾਬੀਆਂ ਨੇ ਨਵੇਂ ਚੰਨ ਚਾੜ੍ਹੇ ਆ ਵੀ ਜੀ ਕਬੂਤਰਾਂ ਦੀ ਦੌੜ ਲੱਗਦੀ ਸੀ ਤੇ ਉੱਥੇ ਗੋਲੀਆਂ ਚਲਾਤੀਆਂ, ਫੱਟੜ ਹੋ ਗਏ ਬੰਦੇ, ਕਿਰਪਾਨਾਂ ਚਲਾਈਆਂ। ਕੀ ਤਾਂ ਕੀ ਜਿਹੜੇ ਸਿੱਖ ਆ ਪਿਛਲੇ 20-30 ਸਾਲਾਂ ਤੋਂ ਕਿਰਪਾਨ ਦੀ ਲੜਾਈ ਲੜਦੇ ਆ ਵੀ ਸਾਨੂੰ ਕਿਰਪਾਨ ਪਾਉਣ ਦਾ ਹੱਕ ਹੋਣਾ ਚਾਹੀਦਾ। ਦੂਜੇ ਪਾਸੇ ਜਿਹੜੇ ਇੱਦਾਂ ਦੇ ਕੁਛ ਲੋਕ ਆ ਉਹ ਇੰਨੀ ਬਦਨਾਮੀ ਕਰਾਉਂਦੇ ਆ,
ਉੱਥੇ ਕਿਰਪਾਨਾਂ ਚਲਾਤੀਆਂ, ਫੱਟੜ ਹੋ ਗਏ ਲੋਕ, ਹੁਣ ਅਰੈਸਟ ਕੀਤੇ ਗਏ ਆ। ਇੱਕ ਦੀ ਜਿਹੜੀ $1 ਮਿਲੀਅਨ ਦੀ ਜਿਹੜੀ ਆ ਬੇਲ ਵੀ ਰੱਖੀ ਗਈ ਆ। ਸਟਰ ਕਾਉਂਟੀ ਦੇ ਸ਼ੈਰਿਫ ਆਫਿਸ ਨੇ ਇਹ ਜਿਹੜਾ ਦੱਸਿਆ ਆ ਵੀ ਇੱਕ ਸਤਵੀਰ ਸਿੰਘ ਚੀਮਾ ਨਾਮ ਦਾ ਬੰਦਾ ਜਿਹੜਾ ਉਸ ਨੂੰ ਅਰੈਸਟ ਕੀਤਾ ਗਿਆ, ਮਲਟੀਪਲ ਚਾਰਜਸ ਇਨਕਲੂਡਿੰਗ ਅਟੈਂਪਟਡ ਮਰਡਰ। ਹੁਣ ਤੁਸੀਂ ਦੇਖੋ ਕਿਹੜੀ ਇਹ ਗੇਮ ਆ ਵੀ ਜਿਹੜੀ ਉੱਥੇ ਤੁਸੀਂ ਗੋਲੀਆਂ ਚਲਾ ਦਿਓ ਤੇ ਨਾਲੇ ਫਿਰ ਤੁਸੀਂ ਕਿਰਪਾਨਾਂ ਚਲਾਓ। ਦੇਖੋ ਕਬੂਤਰਬਾਜੀ ਚਿਰ ਤੋਂ ਜਿਹੜੀ ਆ ਉਹ ਕਰਦੇ ਆ ਰਹੇ ਆ ਲੋਕ। ਤੁਹਾਡੇ ਪਤਾ ਨਹੀਂ ਇੱਦਾਂ ਦੀ ਕਿਹੜੀ ਜਿਹੜੀ ਉਹ ਦੁਸ਼ਮਣੀ ਜਿਹੜੀ ਉਹ ਰਹੀ ਹੋਊਗੀ, ਕੀ ਜਿਹੜਾ ਉਹ ਹੋਊਗਾ। ਗੱਲ ਆ ਵੀ ਬਦਨਾਮੀ ਜਿਹੜੀ ਉਹ ਸਾਰਿਆਂ ਦੀ ਜਿਹੜੀ ਉਹ ਹੋ ਜਾਂਦੀ ਆ, ਚਾਹੇ ਇਸ ਦਾ ਆਪਣੀ ਕਮਿਊਨਿਟੀ ਦੇ ਨਾਲ ਓਵਰਆਲ ਪੂਰੀ ਕਮਿਊਨਿਟੀ ਦੇ ਨਾਲ ਕੋਈ ਸੰਬੰਧ ਜਿਹੜਾ ਉਹ ਨਾ ਹੋਵੇ, ਉਹਨਾਂ ਦੀ ਆਪਸੀ ਜਿਹੜੀ ਹੈ ਕੋਈ ਖਹਿਬਾਜੀ ਹੋਵੇ, ਪਰ ਆਪਾਂ ਨੂੰ ਪਤਾ ਵੀ ਮਾਈਨੋਰਟੀਜ਼ ਨੂੰ ਕਿਹੜੇ ਮਾਈਕਰੋਸਕੋਪ ਦੇ ਅਧੀਨ ਰੱਖ ਕੇ ਜਿਹੜੇ ਆ ਇੱਥੇ ਦੇਖਿਆ ਜਾਂਦਾ ਹੈ ਤੇ ਕਿੱਦਾਂ ਉਹਨਾਂ ਨੂੰ ਬਦਨਾਮ ਜਿਹੜਾ ਪੂਰੀ ਦੀ ਪੂਰੀ ਕਮਿਊਨਿਟੀਜ਼ ਨੂੰ ਜਿਹੜਾ ਬਾਅਦ 'ਚ ਕਰ ਦਿੱਤਾ ਜਾਂਦਾ ਹੈਗਾ ਆ। ਸੋ ਇਸ ਦੇ ਵਿੱਚ ਕਹਿੰਦੇ ਵੀ ਕਹਿੰਦੇ ਵੀ ਇੱਕ ਗਰੁੱਪ ਦੇ 4 ਜਿਹੜੇ ਵਹੀਕਲਸ ਦੇ ਵਿੱਚ ਕਾਰਾਂ ਦੇ ਵਿੱਚ ਆਏ, ਜਿਨ੍ਹਾਂ 'ਚ ਕਹਿੰਦੇ ਵੀ ਉਹ ਹੈਂਡ ਗਨਸ ਵੀ ਸੀਗੀਆਂ ਤੇ ਤਲਵਾਰਾਂ ਵੀ ਉਹਨਾਂ ਦੇ ਕੋਲ ਸੀਗੀਆਂ, ਗੋਲੀਆਂ ਵੀ ਚੱਲੀਆਂ ਤੇ 3 ਲੋਕ ਜਿਹੜੇ ਆ ਉਹ ਸਟੈਬ ਜਿਹੜੇ ਉਹ ਹੋਏ ਨੇ। ਇੱਕ ਪੀੜਤ ਦੇ ਕਹਿੰਦੇ ਪੈਰ ਦੇ ਵਿੱਚ, ਇੱਕ ਦੇ ਪੱਟ 'ਚ ਤੇ ਇੱਕ ਤੀਜੇ ਵਿਕਟਮ ਦੇ ਕਹਿੰਦੇ ਆ ਵੀ ਕਈ ਥਾਵਾਂ ਦੇ ਉੱਤੇ ਜਿਹੜੇ ਆ ਉਹ ਸਟੈਬ ਹੋਏ ਆ। ਇੱਥੋਂ ਤੱਕ ਕਿ ਗਿੱਚੀ ਧੌਣ ਦੇ ਵਿੱਚ ਵੀ ਕਹਿੰਦੇ ਆ ਉਸ ਦੇ ਸਟੈਬ ਆ ਉਹ ਦੇਖੇ ਗਏ ਹੈਗੇ ਆ। ਸੋ ਅਧਿਕਾਰੀਆਂ ਨੇ ਇਹ ਹਰਜੋਤ ਸਿੰਘ ਜੀ 8 ਦਿਨ ਪਹਿਲਾਂ ਰੋਬਿਨਸ ਕਰਕੇ ਜਿਹੜਾ ਸ਼ਹਿਰ ਦੱਸਿਆ ਜਾਂਦਾ ਆ ਇਸ ਕਾਉਂਟੀ ਦੇ ਲੱਗੇ, ਹਾਂਜੀ, ਉੱਥੇ ਇਹ ਘਟਨਾ ਜਿਹੜੀ ਆ ਇਹ ਵਾਪਰੀ ਆ। ਇਹ ਇੱਕ ਦੂਜੇ ਦੇ ਨਾਲ ਜਿਹੜੇ ਇਹ ਖਏ ਹੈਗੇ ਆ ਤੇ ਇੱਕ ਜਿਹੜਾ ਕਹਿੰਦੇ ਵੀ ਬਹੁਤ ਹੀ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਦੱਸਿਆ ਜਾਂਦਾ ਆ। ਸੋ 2 ਜਾਣੇ ਇਹਨਾਂ ਨੇ ਜਿਹੜੇ ਇਹ ਗ੍ਰਿਫਤਾਰ ਕੀਤੇ ਆ। 10 ਜੁਲਾਈ ਨੂੰ ਰੋਬਿਨਸ ਦੇ ਟਾਊਨ ਦੇ ਵਿੱਚ ਇਹ ਘਟਨਾ ਵਾਪਰੀ ਸੀ ਤੇ ਇਹ ਰਹਿਣ ਵਾਲਾ ਇੱਕ ਜਿਹੜਾ ਫਰੈਜ਼ਨੋ ਦਾ ਸੀਗਾ ਤੇ ਇੱਕ ਜਿਹੜਾ ਸੈਲਮਾ ਦਾ ਸੀਗਾ, ਜਿਸ ਨੂੰ ਇਹਨਾਂ ਨੇ ਹੁਣ ਗ੍ਰਿਫਤਾਰ ਕੀਤਾ ਹੈਗਾ ਆ। ਸੋ ਇਹ ਬਹੁਤ ਮਾੜੀ ਮੰਦਭਾਗੀ ਜਿਹੜੀ ਇਹ ਗੱਲ ਹੈਗੀ ਆ। ਸੋ ਇਹ ਹੁਣ ਇਹ ਨਹੀਂ ਪਤਾ ਵੀ ਆਪਸੀ ਜਿਹੜੀ ਕੀ ਖਹਿਬਾਜੀ ਜਿਹੜੀ ਉਹ ਹੋਊਗੀ। ਤੇ ਉਹ ਸਟਰ ਕਾਉਂਟੀ ਵਾਲੇ ਕਹਿੰਦੇ ਵੀ ਜੇ ਭਾਈ ਤੁਹਾਡੇ ਕੋਲ ਹੋਰ ਇਨਫੋਰਮੇਸ਼ਨ ਹੈਗੀ ਆ ਤਾਂ ਸਾਨੂੰ ਜ਼ਰੂਰ ਜਿਹੜੀ ਆ ਉਹ ਜਾਣਕਾਰੀ ਦੇ ਦਿਓ। ਬਹੁਤ ਹੀ ਜਿਹੜੀ ਮਾੜੀ ਖਬਰ ਆ। ਦੇਖੋ ਵੀ ਇੰਨੀ ਜ਼ਿਆਦਾ ਫਿਰ ਆਪਣੀ ਬਦਨਾਮੀ ਹੁੰਦੀ ਆ ਤੇ ਕਿੰਨਾ ਜ਼ਿਆਦਾ ਜਿਹੜੀ ਆਪਣੀ ਕਮਿਊਨਿਟੀ ਕੰਮ ਕਰਦੀ ਆ। ਬੜੀ ਛੋਟੀ ਜਿਹੀ ਕਮਿਊਨਿਟੀ ਆ ਆਪਾਂ USA 'ਚ 5 ਤੋਂ 6 ਲੱਖ ਦੇ ਕਰੀਬ। ਇੰਨੀ ਮਿਹਨਤ ਲਾ ਕੇ ਜਿਹੜਾ ਆ ਆਪਣਾ ਅਕਸ਼ ਜਿਹੜਾ ਆ ਉਹ ਸੁਧਾਰਦੇ ਆ। ਜਿਹੜੇ ਮੁਲਕ ਤੋਂ ਅਸੀਂ ਆਏ ਆ ਇੰਡੀਆ ਤੋਂ, ਉਹ ਪੂਰਾ ਬਦਨਾਮ ਕਰਦੇ ਆ ਵੀ ਅੱਤਵਾਦੀ ਆ, ਟੈਰਰਿਸਟ ਹੈਗੇ ਆ, ਇਹਨਾਂ ਨੇ ਆਹ ਕੀਤਾ ਉਹ ਕੀਤਾ। ਤੇ ਬਾਹਰਲੇ ਮੁਲਕਾਂ 'ਚ ਜਿਹੜੇ ਪੁਰਾਣੇ ਆਏ ਨਾ 25 30 40 ਸਾਲ, ਉਹਨਾਂ ਨੂੰ ਪਤਾ ਵੀ ਕਿੱਦਾਂ ਇੱਥੇ ਉਹਨਾਂ ਨੇ ਆਪਣੀ ਇੱਜ਼ਤ ਬਣਾਈ ਹੈਗੀ ਆ, ਨਹੀਂ ਤਾਂ ਕਿੰਨੀ ਬਦਨਾਮੀ ਕੀਤੀ ਗਈ ਸੀ। ਹੁਣ ਮੁੜ ਕੇ ਆ ਕੇ ਤੁਸੀਂ ਇਹੀ ਕੰਮ ਕਰਨਾ ਆ। ਗੁਰੂ ਘਰਾਂ ਦੇ ਵਿੱਚ ਜਿਹੜੇ ਪੋਲੀਟੀਸ਼ੀਅਨ ਹੁੰਦੇ ਸਾਰੇ ਜਾਂਦੇ ਆ ਤੇ ਜਿਹੜੇ ਹਥਿਆਰ ਆ ਇਹ ਸਿੱਖ ਕੌਮ ਦਾ ਹਿੱਸਾ ਆ ਤੇ ਸਾਰਿਆਂ ਨੂੰ ਪਤਾ ਹੀ ਆ ਵੀ ਗੁਰੂ ਮਹਾਰਾਜ ਦੇ ਸਾਹਮਣੇ ਆਪਾਂ ਹਥਿਆਰ ਰੱਖੇ ਹੋਏ ਹੁੰਦੇ ਆ, ਕਿਰਪਾਨਾਂ, ਸਾਰਾ ਕੁਛ, ਨੇਜੇ ਜੋ ਵੀ। ਤੇ ਹੁਣ ਜੇ ਕੋਈ ਜਿੰਨ ਵੀ ਇਹ ਖਬਰ ਦੇਖਣੀ ਆ TV ਤੇ, ਪੜ੍ਹਨੀ ਆ, ਸੁਣਨੀ ਆ, ਪੋਲੀਟੀਸ਼ੀਅਨਾਂ ਨੂੰ ਪਤਾ ਹੀ ਹੁੰਦਾ ਤੇ ਉਹ ਕਹੂਗੇ ਵੀ ਯਾਰ ਆ ਤਾਂ ਤੁਸੀਂ ਆਪਣੀ ਧਾਰਮਿਕ ਪਲੇਸ 'ਤੇ ਹੀ ਆਹ ਹਥਿਆਰ ਰੱਖਿਓ ਤੇ ਇਹ ਲੋਕ ਬਾਹਰ ਇੱਕ ਦੂਜੇ ਨੂੰ ਵੱਢੀ ਜਾਂਦੇ ਆ। ਸੋ ਕਿੱਡੀ ਮਾੜੀ ਗੱਲ ਹੈਗੀ ਆ। ਇਹ ਆਪਣੀ ਕੌਮ ਨੂੰ ਸੋਚਣਾ ਪੈਣਾ ਆ। ਇਹ ਇੱਦਾਂ ਨਹੀਂ ਵੀ ਚੁੱਪ ਕਰਕੇ ਨਹੀਂ ਜੀ ਮੈਂ ਠੀਕ ਆ, ਆਪਾਂ ਨੂੰ ਕੋਈ ਕੀ ਫਰਕ ਪੈਂਦਾ ਆ। ਇਹ ਫਿਰ ਜਿਹੜੇ ਬਦਨਾਮੀ ਹੁੰਦੀ ਹੈ ਨਾ, ਉਹ ਸਾਰਿਆਂ ਨੂੰ ਇੱਕੋ ਜਿਹਾ ਦੇਖਦੇ ਆ ਵੀ ਦੇਖੋ ਜੀ ਇਹ ਲੋਕ ਜਿਹੜੇ ਆ ਇਹੀ ਕੰਮ ਕਰਦੇ ਆ। ਪਹਿਲਾਂ ਆਪਾਂ ਕਬੱਡੀਆਂ 'ਤੇ ਬਹੁਤ ਵਾਰ ਦੇਖਦੇ ਆ ਵੀ ਲੜਾਈ ਹੋ ਜਾਂਦੀ ਆ, ਬਦਨਾਮੀ ਹੁੰਦੀ ਆ। ਹੁਣ ਆ ਨਵਾਂ ਹੀ ਕੰਮ ਇੱਕ ਕਬੂਤਰਬਾਜੀ ਦੇ ਉੱਤੇ ਹੁਣ ਇਹ ਨਵਾਂ ਜਿਹੜਾ ਹੋ ਗਿਆ। ਕਈ ਜਿਹੜੇ ਚੰਗੇ ਲੋਕ ਆ ਵੇਕਰਸਫੀਲਡ 'ਚ ਸੌਕਰ ਕਲੱਬ ਆ, ਉਹ ਵਿਚਾਰੇ ਬੱਚਿਆਂ ਨੂੰ ਉਤਸ਼ਾਹਿਤ ਕਰਦੇ ਆ ਵੀ ਨਿਆਣਿਓ ਆਪਾਂ ਗੇਮਸ ਵੱਲ ਚਲੀਏ, ਵਧੀਆ ਖੇਲੀਏ। ਸੋ ਜਦੋਂ ਇੱਦਾਂ ਦੀ ਇੰਸੀਡੈਂਟ ਹੁੰਦੀ ਆ ਤੇ ਪੂਰੀ ਕੌਮ ਦੀ, ਇਕੱਲਾ ਇਹ ਇੱਕ ਸ਼ਹਿਰ ਨਹੀਂ ਵੀ ਸਟਰ ਕਾਉਂਟੀ 'ਚ, ਪੂਰੇ ਹੁਣ USA 'ਚ ਬਦਨਾਮੀ ਹੋਣੀ ਆ ਵੀ ਦੇਖੋ ਆ ਲੈ ਲਓ ਸਿੰਘਾਂ ਦੇ ਕੀ ਹਾਲ ਆ, ਵੀ ਆਪਣੇ ਪੰਜਾਬੀ ਮੁੰਡੇ ਆ ਵੀ ਕੀ ਕੀਤਾ ਇਹ ਨਹੀਂ ਕੰਮ ਜੀ। ਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ। ਹੇਤੀ ਦੇ ਵਿੱਚ ਵੀ ਜਿਹੜਾ ਪੋਲੀਟੀਕਲ ਟਰਮੋਇਲ ਆ, ਸਿਆਸੀ ਭੁਚਾਲ ਜਿਹੜਾ ਆ ਉਹ ਪੂਰੀ ਤਰ੍ਹਾਂ ਚੱਲ ਰਿਹਾ ਆ। ਜਦੋਂ ਤੋਂ ਉੱਥੋਂ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਉਸ ਨੂੰ ਗੋਲੀ ਮਾਰ ਕੇ ਉਸ ਦੀ ਜਿਹੜੀ ਹੱਤਿਆ ਆ ਉਹ ਕਰ ਦਿੱਤੀ ਗਈ ਸੀ। ਉਸ ਦਾ ਜਿਹੜਾ ਐਕਟਿੰਗ ਪ੍ਰਾਈਮ ਮਿਨਿਸਟਰ ਕਲੌਡ ਜੋਸਫ ਆ, ਉਸਨੇ ਐਲਾਨ ਕੀਤਾ ਹੈ ਵੀ ਉਹ ਵੀ ਜਿਹੜਾ ਸਟੈਪ ਡਾਊਨ ਕਰਨ ਜਾ ਰਿਹਾ, ਉਹ ਵੀ ਅਸਤੀਫਾ ਜਿਹੜਾ ਉਹ ਦੇਣ ਜਾ ਰਿਹਾ। ਲੀਡਰਸ਼ਿਪ ਡਿਸਪਿਊਟ ਜਿਹੜਾ ਇਸ ਟਾਈਮ ਭਾਰੀ ਜਿਹੜਾ ਉਹ ਚੱਲ ਰਿਹਾ, ਪਾਵਰ ਸਟਰਗਲ ਕਹਿੰਦੇ ਵੀ ਉਹ ਦੇਖੀ ਗਈ ਹੈ। 7 ਜੁਲਾਈ ਨੂੰ ਜਿਹੜੇ ਆ ਹੇਤੀ ਦੇ ਵਿੱਚ ਉੱਥੋਂ ਦੇ ਜਿਹੜੇ ਲੀਡਰ ਆ ਉਸ ਨੂੰ ਉਸ ਦੀ ਹੱਤਿਆ ਆ, ਅਸੈਸੀਨੇਸ਼ਨ ਜਿਹੜੀ ਉਹ ਕਰ ਦਿੱਤੀ ਗਈ ਸੀ। ਕਹਿੰਦੇ ਵੀ ਅਸੈਸੀਨੇਟ ਹੋਏ ਜਿਹੜੇ ਪ੍ਰੈਜ਼ੀਡੈਂਟ ਸੀਗਾ ਜੋਵਨਲ ਮੋਸੇ, ਉਸ ਦੀ ਵਾਈਫ ਵੀ ਜਿਹੜੀ ਹੁਣ ਉੱਥੇ ਪਹੁੰਚ ਚੁੱਕੀ ਹੋਈ ਆ
ਤੇ ਉਸ ਨੇ ਵੀ ਕਹਿ ਲਓ ਵੀ ਸੱਤਾ ਦੇ ਵਿੱਚ ਕਾਬਜ਼ ਜਿਹੜਾ ਉਹ ਹੋਣ ਦੇ ਲਈ ਹੁਣ ਇਹ ਜਿਹੜਾ ਜ਼ੋਰ ਆ ਉਹ ਲਾ ਰਹੇ ਹੈਗੇ ਆ। ਸੋ ਕਾਫੀ ਜ਼ਿਆਦਾ ਜਿਹੜਾ ਭਿਆਨਕ ਇਸ ਟਾਈਮ ਸਥਿਤੀ ਕਹਿ ਲਓ ਵੀ ਹੇਤੀ ਦੇ ਲਈ ਆ। ਹੇਤੀ ਦਾ ਅੱਗੇ ਵਿਚਾਰਾ ਗਰੀਬ ਮੁਲਕ ਆ, ਉੱਥੋਂ ਦੇ ਲੋਕ ਜਿਹੜੇ ਬਹੁਤ ਬੁਰੇ ਹਾਲਾਤ ਦੇ ਵਿੱਚ ਨੇ, ਪਰ ਜਿਹੜੇ ਸਿਆਸੀ ਨੇਤਾ ਨੇ ਉਹ ਆਪਾਂ ਦੇਖ ਹੀ ਰਹੇ ਹਾਂ ਵੀ ਕਿੱਦਾਂ ਦੇ ਜਿਹੜੇ ਉਹ ਉੱਥੇ ਦੇ ਕੰਮ ਕਰ ਰਹੇ ਹੈਗੇ ਆ। ਜੀ ਬਿਲਕੁਲ ਜੀ। ਤੇ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੈਪੀਟਲ ਰਾਈਟ ਜਿਹੜੇ ਜਨਵਰੀ ਦੇ ਵਿੱਚ ਹੋਇਆ ਸੀ, ਉਸ ਮਾਮਲੇ ਦੇ ਵਿੱਚ ਪਹਿਲੇ ਇੱਕ ਜਿਹੜੇ ਦੋਸ਼ੀ ਆ ਉਸ ਨੂੰ ਸਜ਼ਾ ਜਿਹੜੀ ਉਹ ਕਹਿੰਦੇ ਸੁਣਾਈ ਗਈ ਹੈਗੀ ਆ। ਫਸਟ ਫੈਲਨੀ ਸੈਂਟੈਂਸ ਜਿਹੜੀ ਉਹ ਆਈ ਆ। ਫਲੋਰੀਡਾ ਦਾ 38 ਸਾਲਾ ਪੌਲ ਐਲਾਰਡ ਹੌਜਕਿੰਸ ਟੈਂਪਾ ਦਾ ਉੱਥੇ ਦਾ ਰਹਿਣ ਵਾਲਾ ਆ। ਉਸ ਨੂੰ 16 ਫਰਵਰੀ ਨੂੰ ਕਹਿੰਦੇ ਗ੍ਰਿਫਤਾਰ ਕੀਤਾ ਗਿਆ ਸੀ। ਪਿਛਲੇ ਮਹੀਨੇ ਉਸਨੇ ਆਪਣੇ ਦੋਸ਼ਾਂ ਨੂੰ ਕਬੂਲ ਜਿਹੜਾ ਉਹ ਕੀਤਾ ਤੇ obstructing of official proceeding ਦੀ ਜਿਹੜੀ ਇਸ ਦੇ ਉੱਤੇ ਫੈਲਨੀ ਕਾਊਂਟ ਜਿਹੜਾ ਉਹ ਲਾਇਆ ਗਿਆ ਸੀ। ਇਸ ਕਰਕੇ ਕਹਿੰਦੇ ਆ ਵੀ ਹੁਣ ਇਸ ਨੂੰ ਜਿਹੜਾ ਆ ਉਹ 8 ਮਹੀਨੇ ਦੀ ਸਜ਼ਾ ਜਿਹੜੀ ਉਹ ਸੁਣਾਈ ਗਈ ਸੀ। ਇਹ ਬੰਦਾ ਜਿਹੜਾ ਆ ਉਹ ਕੈਪੀਟਲ ਦੇ ਵਿੱਚ ਅੰਦਰ ਸਦਨ ਦੇ ਵਿੱਚ ਟਰੰਪ 2020 ਦਾ ਜਿਹੜਾ ਝੰਡਾ ਲੈ ਕੇ US ਸੈਨੇਟ ਦੇ ਵਿੱਚ ਜਿਹੜਾ ਉਹ ਘੁੰਮ ਰਿਹਾ ਸੀਗਾ, ਜਿੱਥੇ ਕਿ ਉਸ ਦਿਨ ਓਫੀਸ਼ਲੀ ਜਿਹੜੀ ਵੋਟਿੰਗ ਹੋਈ ਸੀ ਉਹਨਾਂ ਨੂੰ ਸਰਟੀਫਾਈ ਜਿਹੜਾ ਉਹ ਕੀਤਾ ਜਾਣਾ ਸੀਗਾ ਹਾਊਸ ਤੇ ਜਿਹੜਾ ਉਹ ਸੈਨੇਟ ਆ ਉਸ ਦੇ ਜਿਹੜਾ ਉਹ ਦੁਆਰਾ। ਉੱਦਾਂ ਕਹਿੰਦੇ ਆ ਵੀ ਇਸ ਦੀ ਮੈਕਸਿਮਮ ਸੈਂਟੈਂਸ 20 ਸਾਲ ਤੱਕ ਦੀ ਹੋ ਸਕਦੀ ਸੀਗੀ, ਪਰ ਜਿਹੜਾ ਉਹ ਜੱਜ ਨੇ ਇਸ ਨੂੰ ਕਾਫੀ ਲੀਨੀਅੰਟ ਸੈਂਟੈਂਸ ਇੱਕ ਹਿਸਾਬ ਦੇ ਨਾਲ ਜਿਹੜੀ ਉਹ ਸਿਰਫ 8 ਮਹੀਨੇ ਦੀ ਸੁਣਾਈ ਹੈਗੀ ਆ। ਅੱਜ ਜੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਕਹਿੰਦੇ ਵੀ ਸਟਾਕ ਮਾਰਕੀਟ ਕਾਫੀ ਜ਼ਿਆਦਾ ਜਿਹੜੀ ਆ ਡਿੱਗੀ ਹੈਗੀ 1% ਦੇ ਕਰੀਬ। 1 ਪੁਆਇੰਟ ਦੇ ਉੱਤੇ ਤਾਂ 463 ਪੁਆਇੰਟ ਜਿਹੜੀ ਆ ਡਾਓ ਜੋਨ ਇੰਡਸਟਰੀਅਲ ਡਾਊਨ ਚਲਾ ਗਿਆ ਸੀ ਤੇ S&P ਵੀ 50 ਦੇ ਕਰੀਬ ਜਿਹੜਾ ਡਾਊਨ ਗਿਆ ਸੀ। ਕਾਰਨ ਇਹੀ ਆ ਵੀ ਜਿਹੜੀ ਕਰੋਨਾ ਵਾਇਰਸ ਦੇ ਜਿਹੜੇ ਕੇਸਿਸ ਆ ਉਹ ਬਹੁਤ ਵਧਣੇ ਸ਼ੁਰੂ ਹੋਏ ਹੈਗੇ ਆ। ਸੋ ਇਸ ਕਰਕੇ ਜਿਹੜੀ ਮਾਰਕੀਟ ਆ ਉਹ ਵੀ ਇੱਕ ਤਰ੍ਹਾਂ ਦੇ ਨਾਲ ਡਰ ਵਾਲੇ ਮਾਹੌਲ ਦੇ ਵਿੱਚ ਆ ਵੀ ਪਤਾ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਵਾਪਰਨਾ। ਬਹੁਤ ਜ਼ਿਆਦਾ ਫੀਅਰ ਆ। ਇੱਕ ਟਾਈਮ ਦੇ ਉੱਤੇ ਹਰਜੋਤ ਸਿੰਘ ਦੀ ਗੱਲਾਂ 400 ਹੀ ਨਹੀਂ 900 ਪੁਆਇੰਟ ਤੱਕ ਜਿਹੜਾ ਉਹ ਡਿੱਗ ਗਿਆ ਸੀਗਾ। ਸੋ ਪਤਾ ਨਹੀਂ ਆਉਣ ਵਾਲੇ ਦਿਨਾਂ 'ਚ ਇੱਥੇ ਜਿਹੜਾ ਉਹ ਕੀ ਬਣਨਾ ਆ। ਰਾਈਟ ਨਾਓ ਜੋ ਆਪਾਂ ਗੱਲ ਕਰ ਰਹੇ ਹੈਗੇ ਆ ਇਸ ਮਾਮਲੇ ਤਕਰੀਬਨ 10 ਵਜੇ ਆ ਸਵੇਰ ਦੇ ਕੈਲੀਫੋਰਨੀਆ ਟਾਈਮ ਦੇ ਮੁਤਾਬਕ, ਤਾਂ 893 ਪੁਆਇੰਟ ਪਿਛਲੇ ਵੀਕਐਂਡ ਦੇ ਜਦੋਂ ਬੰਦ ਹੋਇਆ ਸੀ ਉਸ ਤੋਂ ਬਾਅਦ ਦੇ ਵਿੱਚ ਇਹ ਡਿੱਗੀ ਆ। ਬੋਇੰਗ, ਜਨਰਲ ਮੋਟਰ, ਐਕਸਨ ਮੋਬਾਈਲ, ਹਰ ਇੱਕ ਤਰੀਕੇ ਦਾ ਜਿਹੜਾ ਸਟਾਕ ਆ ਉਹ ਰਾਈਟ ਨਾਓ ਜਿਹੜਾ ਉਹ ਥੱਲੇ ਵੱਲ ਨੂੰ ਉਹ ਗਿਆ ਹੈਗਾ ਆ। ਸੋ ਸਾਰੇ ਪਾਸੇ ਜਿਹੜਾ ਸੈਲ ਆਫ ਆ ਉਹ ਪੂਰੀ ਤਰ੍ਹਾਂ ਬਣਿਆ। ਐਕਸਟ੍ਰੀਮ ਫੀਅਰ ਕਹਿੰਦੇ ਆ ਵੀ ਇਸ ਟਾਈਮ ਮਾਰਕੀਟ ਨੂੰ ਡਰਾਈਵ ਕਰ ਰਿਹਾ ਹੈਗਾ ਆ। ਅਗਲੀ ਖਬਰ ਜਾਪਾਨ ਤੋਂ ਆ ਰਹੀ ਹੈ, ਜਿੱਥੇ ਕਿ ਅੱਜ ਟੋਕੀਓ 'ਚ ਇੱਕ ਕੋਰਟ ਨੇ ਜਿਹੜੇ 2 ਅਮਰੀਕਨਸ ਜਿਨ੍ਹਾਂ ਦੇ ਵਿੱਚ ਇੱਕ ਐਕਸ ਗ੍ਰੀਨ ਵੈਰਟ ਹੈਗਾ ਉਹਨਾਂ ਨੂੰ ਸਜ਼ਾ ਦਿੱਤੀ ਹੈਗੀ, ਕਿਉਂਕਿ ਉਹਨਾਂ ਨੇ ਨਿਸ਼ਾਨ ਜਿਹੜੀ ਕੰਪਨੀ ਹੈਗੀ ਆ ਉਹਦਾ ਜਿਹੜਾ ਮਾਲਕ ਸੀਗਾ, ਚੇਅਰਮੈਨ ਸੀਗਾ ਕਾਰਲੋਸ ਗੋਸ਼ਨ, ਉਹਨੂੰ ਉੱਥੋਂ ਭੱਜਣ ਦੇ ਵਿੱਚ ਜਿਹੜੀ ਹੈਲਪ ਕੀਤੀ ਸੀ। 2019 ਦੇ ਵਿੱਚ ਉਹ ਬੜੀ ਇੱਕ ਨਾਟਕਬਾਜ਼ੀ ਤਰੀਕੇ ਦੇ ਨਾਲ ਆਪਣੇ ਹੀ ਪਲੇਨ ਲੈ ਕੇ ਉੱਥੋਂ ਭੱਜ ਕੇ ਉਹ ਲੈਬਨਾਨ ਦੇ ਵਿੱਚ ਚਲਾ ਗਿਆ ਸੀ। ਮਾਈਕਲ ਟੇਲਰ 60 ਸਾਲਾਂ ਦਾ ਤੇ ਉਹਦਾ 28 ਸਾਲਾਂ ਦਾ ਓਲਡ ਸਨ ਜਿਹੜਾ ਆ ਪੀਟਰ ਟੇਲਰ, ਦੋਨਾਂ ਨੂੰ ਹੀ ਕਹਿੰਦੇ ਵੀ 3 ਸਾਲਾਂ ਦੀ ਜਿਹੜੀ ਸਜ਼ਾ ਹੋ ਸਕਦੀ ਹੈਗੀ ਆ। ਸੋ ਇਹਨਾਂ ਨੇ ਉਸ ਦੀ ਜਿਹੜੀ ਆ ਨਿਸ਼ਾਨ ਜਿਹੜੀ ਕੰਪਨੀ ਆ ਉਹਦਾ ਚੇਅਰਮੈਨ ਕਾਰਲੋਸ ਗੋਸ਼ਨ ਨੂੰ ਉੱਥੋਂ ਭੱਜਣ ਦੇ ਵਿੱਚ ਜਿਹੜੀ ਮਦਦ ਕੀਤੀ ਸੀ। ਜੀ ਜੀ। ਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਇੱਥੇ ਹੀ ਸਮਾਪਤ ਹੈਗਾ ਆ। ਉਧਰ ਅੱਜ ਲਿੰਡਸੀ ਗ੍ਰਾਹਮ ਉਹਨਾਂ ਦਾ ਇੱਕ ਜਿਹੜਾ ਉਹ ਬਿਆਨ ਆਇਆ ਆ। ਉਹਨਾਂ ਨੇ ਕਿਹਾ ਵੀ ਜਿਸ ਤਰੀਕੇ ਦੇ ਨਾਲ ਹੁਣ ਡੈਮੋਕ੍ਰੇਟਸ $3.5 ਟ੍ਰਿਲੀਅਨ ਦਾ ਰੀਕਨਸੀਲੀਏਸ਼ਨ ਬਜਟ ਪੈਕੇਜ ਲੈ ਕੇ ਆ ਰਿਹਾ, ਜਿਸ ਦੇ ਵਿੱਚ ਫਿਲਬਸਟਰ ਤੋਂ ਇੱਕ ਬਾਈਪਾਸ ਕਰਦੇ ਹੋਏ ਉਹਨਾਂ ਨੇ ਰੀਕਨਸੀਲੀਏਸ਼ਨ ਦਾ ਮੈਥਡ ਵਰਤਣਾ, ਸਿੰਪਲ ਮੈਜੋਰਟੀ ਦੇ ਨਾਲ ਉਸ ਨੂੰ ਜਿਹੜਾ ਉਹ ਪਾਸ ਕੀਤਾ ਜਾ ਸਕਦਾ ਆ। ਉਹਨਾਂ ਨੇ ਕਿਹਾ ਵੀ ਜਿਸ ਤਰੀਕੇ ਦੇ ਨਾਲ ਟੈਕਸਸ ਦੇ ਜਿਹੜੇ ਡੈਮੋਕ੍ਰੇਟਸ ਆ ਉੱਥੇ ਕੋਰਮ ਪੂਰਾ ਨਾ ਕਰਨ ਦੇ ਲਈ ਉੱਥੋਂ ਭੱਜ ਕੇ ਵਾਸ਼ਿੰਗਟਨ DC ਦੇ ਵਿੱਚ ਇਸ ਟਾਈਮ ਡੇਰੇ ਲਾਈ ਬੈਠੇ ਆ। ਉਹਨਾਂ ਨੇ ਕਿਹਾ ਵੀ ਉਹ ਆਪਣੇ ਰਿਪਬਲਿਕਨ ਸਾਥੀਆਂ ਨੂੰ ਇਹੀ ਬੇਨਤੀ ਹੁਣ ਅਰਜ਼ ਕਰ ਰਹੇ ਆ ਵੀ ਤੁਸੀਂ ਵੀ ਜਿਹੜਾ ਟਾਊਨ ਛੱਡ ਕੇ ਜਿਹੜਾ ਆ ਉੱਥੋਂ ਚਲੇ ਜਾਓ, ਤਾਂ ਜੋ ਉੱਥੇ ਵੀ ਕੋਰਮ ਆ ਉਹ ਪੂਰਾ ਨਾ ਹੋਵੇ ਤੇ ਇਹ ਜਿਹੜਾ $3.5 ਟ੍ਰਿਲੀਅਨ ਦਾ ਬਜਟ ਪੈਕੇਜ ਆ ਉਸ ਨੂੰ ਰੋਕਿਆ ਜਾ ਸਕੇ। ਸੋ ਟੈਕਸਸ ਦੇ ਵਿੱਚ ਇੱਕ ਵੱਖਰਾ ਰੌਲਾ ਆ ਤੇ ਹੁਣ ਦੇਖਣਾ ਹੋਊਗਾ ਵੀ ਕੈਪੀਟਲ ਦੇ ਵਿੱਚ ਵਾਸ਼ਿੰਗਟਨ DC ਦੇ ਵਿੱਚ ਇਸ ਨੂੰ ਲੈ ਕੇ ਕੀ ਜਿਹੜਾ ਉਹ ਬਣਦਾ ਹੈਗਾ ਆ।
ਸਮੱਸਿਆ ਜਿਹੜੀ ਹੈ ਚੌਂਚਫੇਰੇ ਜਿਹੜੀ ਹੈ ਇਸ ਤਰੀਕੇ ਦੀ ਜਿਹੜੀ ਬਣੀ ਪਈ ਆ। ਪੋਲੀਟਿਕਸ ਦੋਨਾਂ ਹੀ ਪਾਰਟੀਆਂ ਦੇ ਸਿੰਘ ਜਿਹੜੇ ਆ ਪੂਰੀ ਤਰ੍ਹਾਂ ਫਸੇ ਹੋਏ ਆ, ਕੋਈ ਵੀ ਟੱਸ ਤੋਂ ਮੱਸ ਜਿਹੜਾ ਆ ਉਹ ਨਹੀਂ ਹੋਣਾ ਚਾਹੁੰਦਾ। ਤੇ ਹੁਣ ਸਮਾਂ ਸਮਾਪਤ ਹੈ ਜੀ, ਮਿਲਾਂਗੇ ਅਗਲੀ ਵਾਰ। ਇਸ ਤੋਂ ਅਗਲਾ ਪ੍ਰੋਗਰਾਮ ਉਹ ਰਹੇਗਾ ਜੀ ਆਤਮਿਕ ਆਨੰਦ 11 ਵਜੇ ਤੱਕ, ਫਿਰ 11 ਤੋਂ 12:30 ਵਜੇ ਤੱਕ ਹਾਸੇ ਚਾਰੇ ਪਾਸੇ, 12:30 ਤੋਂ 2 ਵਜੇ ਤੱਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਜੀ ਕੁਝ ਗੱਲਾਂ ਕੁਝ ਗੀਤ। 2 ਤੋਂ 4 ਵਜੇ ਦੇ ਦਰਮਿਆਨ ਪ੍ਰੋਗਰਾਮ ਨਜ਼ਰੀਆ। 4 ਤੋਂ 5:30 ਵਜੇ ਦੇ ਵਿੱਚ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਦੇਸੋਂ ਪਰਦੇਸ। ਤੇ 5:40 ਦੇ ਉੱਤੇ ਪ੍ਰੋਗਰਾਮ ਆਵੇਗਾ ਜੀ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। ਤੇ ਫਿਰ 6 ਤੋਂ 8 ਵਜੇ ਦੇ ਦਰਮਿਆਨ ਗੁਰਬਾਣੀ ਦੇ ਪ੍ਰੋਗਰਾਮ ਆਪਾਂ ਉਹ ਸਰਵਣ ਕਰਾਂਗੇ। 8:30 ਵਜੇ ਜਿਹੜਾ ਪ੍ਰੋਗਰਾਮ ਖਬਰ ਤੇ ਨਜ਼ਰ ਜਿਹੜਾ ਉਹ ਹੋਵੇਗਾ। ਅੱਜ ਬਲਤੇਜ ਪੰਨੂ ਹੋਣੀ ਜਿਹੜੇ ਨਹੀਂ ਹੋਣਗੇ, ਉਹ ਆਪਣੇ ਜਿਹੜੇ ਜੀ ਰਾਈਟ ਨਾਓ ਵਕੇਸ਼ਨ ਦੇ ਉੱਤੇ ਹੈਗੇ ਨੇ, ਤੇ ਕੁਛ ਦਿਨਾਂ ਬਾਅਦ ਉਹ ਵਾਪਸ ਜਿਹੜਾ ਉਹ ਆ ਰਹੇ ਨੇ। ਤੇ ਪਰ ਤੁਹਾਡੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਜਿਹੜਾ ਉਹ ਪੇਸ਼ ਕੀਤਾ ਜਾਵੇਗਾ। ਸੋ ਆਪਾਂ ਹੁਣ ਜਿਹੜੇ ਇਜਾਜ਼ਤ ਲੈਂਦੇ ਹਾਂ, ਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਫੇਰ ਦੱਸਦੇ ਜਾਈਏ ਆਰਟ ਕੈਂਪ ਜਿਹੜਾ ਪੰਜਾਬੀ ਕਲਚਰਲ ਸੈਂਟਰ ਫਰੈਜ਼ਨੋ ਦੇ ਵਿੱਚ, ਜਿਹੜਾ ਕਿ ਪੰਜਾਬੀ ਰੇਡੀਓ USA ਦਾ ਉੱਥੇ ਸਟੂਡੀਓ ਆ, ਉਸੇ ਕੰਪਲੈਕਸ ਦੇ ਵਿੱਚ ਸਥਿਤ ਆ। ਉੱਥੇ ਆਰਟ ਕੈਂਪ ਲੱਗਣ ਜਾ ਰਿਹਾ ਹੈਗਾ ਆ 26 ਜੁਲਾਈ ਤੋਂ 31 ਜੁਲਾਈ ਤੱਕ। 8 ਤੋਂ 18 ਸਾਲ ਦੇ ਬੱਚਿਆਂ ਦੇ ਲਈ ਇਹ ਜਿਹੜਾ ਕੈਂਪ ਹੋਵੇਗਾ। ਆਪਣੇ ਬੱਚਿਆਂ ਨੂੰ ਜਿਹੜਾ ਇਸ ਕੈਂਪ ਦੇ ਵਿੱਚ ਰਜਿਸਟਰ ਜਿਹੜਾ ਉਹ ਜਲਦ ਤੋਂ ਜਲਦ ਤੁਸੀਂ ਕਰਵਾ ਸਕਦੇ ਆ। ਤੇ ਉਸ ਰਜਿਸਟ੍ਰੇਸ਼ਨ ਦੇ ਲਈ ਤੁਸੀਂ ਪੰਜਾਬੀ ਰੇਡੀਓ USA ਦੇ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ 408 272 5200 4082725200 ਦੇ ਉੱਤੇ। ਬਹੁਤ ਹੀ ਪ੍ਰਸਿੱਧ ਨੌਜਵਾਨ ਜਿਹੜੇ ਪੇਂਟਰ ਪਰਮ ਸਿੰਘ ਉਹਨਾਂ ਦੇ ਦੁਆਰਾ ਇਸ ਆਰਟ ਕੈਂਪ ਨੂੰ ਜਿਹੜਾ ਹੈ ਉਸ ਦੇ ਵਿੱਚ ਸਿਖਲਾਈ ਦਿੱਤੀ ਜਾਵੇਗੀ। ਬੱਚਿਆਂ ਨੂੰ ਆਰਟ ਦੀਆਂ ਜਿਹੜੀਆਂ ਚੀਜ਼ਾਂ ਆ, ਪੇਂਟਿੰਗਸ ਆ, ਉਸ ਦੇ ਬਾਰੇ ਜਿਹੜੀ ਆ ਮੁੱਢਲੀ ਜਾਣਕਾਰੀ, ਤੇ ਜਾਂ ਜਿਹੜੇ ਆਲਰੇਡੀ ਸ਼ੁਰੂ ਕੀਤੇ ਹੋਏ ਆ ਉਹਨਾਂ ਨੂੰ ਉਸ ਤੋਂ ਅੱਗੇ ਜਿਹੜਾ ਉਹ ਸਿਖਾਇਆ ਜਿਹੜਾ ਉਹ ਕੁਛ ਨਾ ਕੁਛ ਆਰਟ ਕੈਂਪ ਦੇ ਵਿੱਚ ਜਾਵੇਗਾ। ਤੇ ਨਾਲ ਹੀ ਉਹਨਾਂ ਦੀਆਂ ਪੇਂਟਿੰਗਸ ਦੀ ਜਿਹੜੀ ਆ ਨੁਮਾਇਸ਼ ਹੈ, ਐਗਜ਼ੀਬਿਸ਼ਨ ਵੀ ਜਿਹੜੇ ਆ ਇਹ ਦਿਨ ਜਿਹੜੇ ਆ 26 ਤੋਂ 31 ਜੁਲਾਈ ਤੱਕ ਉਹ ਚੱਲਦੀ ਰਹੇਗੀ। ਸੋ ਸੀਟਾਂ ਜਿਹੜੀਆਂ ਉਹ ਸੀਮਤ ਨੇ। ਕਾਲ ਜਿਹੜਾ ਉਹ ਜਲਦ ਕਰਕੇ ਜਿਹੜੇ ਆਪਣੇ ਬੱਚਿਆਂ ਦਾ ਨਾਮ ਇਸ ਆਰਟ ਕੈਂਪ ਦੇ ਲਈ ਲਿਖਵਾ ਸਕਦੇ ਆ 408 272 5200 ਦੇ ਉੱਤੇ ਕਾਲ ਕਰਕੇ। ਤੇ ਹੁਣ ਆਪਾਂ ਜਿਹੜਾ ਜੀ ਇਜਾਜ਼ਤ ਲੈਂਦੇ ਆ ਜੀ। ਮੈਨੂੰ ਰਾਜਕਰਮਜੀਤ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਗੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।